ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੀਵਨ ਇਤਿਹਾਸ ਸਾਖੀ ਰੂਪ ਦੇ ਵਿੱਚ ਸਰਵਣ ਕਰ ਰਹੇ ਹੋ। ਆਪ ਜੀ ਨੇ ਆਪ ਸਭ ਸੰਗਤਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਸਾਖੀ ਰੂਪ ਦੇ ਵਿੱਚ ਸਰਵਣ ਕੀਤਾ ਹੈ। ਪਿੱਛੇ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ ਕਿ ਕਿਵੇਂ ਸੁਲਤਾਨਪੁਰ ਤੋਂ ਬਰਾਤ ਚਲੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਕ ਸੰਬੰਧੀ ਨਾਲ ਤੁਰੇ ਔਰ ਪੱਖੋ ਕੇ ਰੰਧਾਵੇ ਮੂਲ ਚੰਦ ਖੱਤਰੀ ਜੀ ਦੇ ਸੱਦੇ ਤੇ ਕਿ ਮੇਰੀ ਲੜਕੀ ਦਾ ਜੋ ਸਾਹੇ ਦੀ ਚਿੱਠੀ ਲਿਖੀ ਗਈ ਹਾੜ ਦੀ ਸੱਤੋਂ ਨੂੰ, ਹਾੜ ਮਹੀਨੇ ਦੀ ਸੱਤੋਂ ਵਾਲੇ ਦਿਨ ਇਹ ਦਿਨ ਰੱਖਿਆ ਗਿਆ ਸੀ। ਤਾਂ ਸਮੇਂ ਅਨੁਸਾਰ ਬਰਾਤ ਜੋ ਹੈ ਉਹ ਤੁਰ ਪੈਂਦੀ ਹੈ। ਪੈਂਡਾ ਤੈਅ ਕਰਦੇ ਹੋਏ ਪੱਖੋ ਕੇ ਰੰਧਾਵੇ ਦੇ ਪਿੰਡ ਤੋਂ, ਨਗਰ ਤੋਂ ਇੱਕ ਕੋ ਪਹਿਲਾਂ ਇੱਕ ਬਾਗ ਦੇ ਵਿੱਚ ਜੋ ਬਰਾਤ ਹੈ ਉਹ ਆਪਣਾ ਉਤਾਰਾ ਕਰ ਲੈਂਦੀ ਹੈ ਔਰ ਇੱਕ ਸਿਆਣੇ ਪੰਡਿਤ ਨੂੰ, ਮੂਲ ਚੰਦ ਖੱਤਰੀ ਜੀ ਨੂੰ ਸੁਨੇਹਾ ਦੇਣ ਵਾਸਤੇ ਉਹ ਪਾਦਾ ਜੋ ਹੈ ਜਾਂਦਾ ਹੈ। ਇਹ ਜੋ ਪਾਦੇ ਨੂੰ ਭੇਜਿਆ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ ਨੇ। ਪਰਮਾਨੰਦ ਜੀ ਕਹਿਣ ਲੱਗੇ, ਹੇ ਨਿਧਾ ਜੀ, ਤੁਸੀਂ ਜਾਓ, ਜਾ ਕੇ ਜੋ ਮੂਲ ਚੰਦ ਜੀ ਪਟਵਾਰੀ ਹਨ ਉਹਨਾਂ ਨੂੰ ਜਾ ਕੇ ਕਹੋ ਕਿ ਰਾਏ ਭੋਏ ਦੀ ਤਲਮੰਡੀ ਤੋਂ ਮਹਿਤਾ ਕਾਲੂ ਜੀ ਉਹਨਾਂ ਦੇ ਸਾਕ ਸੰਬੰਧੀਆਂ ਸਮੇਤ ਆਪਣੇ ਪੁੱਤਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ ਵਿਆਹੁਣ ਵਾਸਤੇ ਬਰਾਤ ਪਹੁੰਚੀ ਹੈ ਔਰ ਬਰਾਤ ਜੋ ਹੈ ਬਾਗ ਵਿੱਚ ਬਰਾਗ ਨੇ ਉਤਾਰਾ ਕੀਤਾ ਹੈ ਤੇ ਤੁਸੀਂ ਆਪਣੀ ਤਿਆਰੀ ਕਰ ਲਓ। ਸੋ ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ ਕਿ ਬਰਾਤ ਰਸਤੇ ਦੇ ਵਿੱਚ ਪੈਂਡਾ ਤੈਅ ਕਰਦੀ ਹੋਈ ਦਰਿਆ ਨੂੰ ਪਾਰ ਕਰਕੇ ਪੱਖੋ ਕੇ ਰੰਧਾਵੇ ਨਗਰ ਦੇ ਕੋਲੇ ਪਹੁੰਚ ਗਏ ਸੀ। ਇੱਥੋਂ ਤੱਕ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ। ਹੁਣ ਭਾਈ ਬਾਲਾ ਜੀ ਕਹਿਣ ਲੱਗੇ, ਹੈ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਅੱਗੇ ਕੀ ਕੌਤਕ ਵਰਤਿਆ ਤੇ ਉਹ ਮੈਂ ਆਪ ਜੀ ਨੂੰ ਹੁਣ ਸਰਵਣ ਕਰਾਉਣਾ। ਔਰ ਭਾਈ ਬਾਲਾ ਜੀ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਉਹ ਸਾਰੀ ਸਾਖੀ ਸੁਣਾਉਣ ਲੱਗੇ ਹਨ ਔਰ ਕਹਿੰਦੇ ਹਨ ਕਿ ਮੈਂ ਨਾਲ ਹੀ ਸੀ, ਕਿ ਮੈਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਹੀ ਸੀ। ਭਾਈ ਬਾਲਾ ਜੀ ਕਹਿੰਦੇ
ਮਹਾਰਾਜ ਜੀ ਨੇ ਮੈਨੂੰ ਹੁਕਮ ਕੀਤਾ ਸੀ ਕਿ ਭਾਈ ਬਾਲਿਆ ਤੂੰ ਮੇਰੇ ਨਾਲ ਹੀ ਰਹਿਣਾ। ਸੋ ਇਸ ਪ੍ਰਕਾਰ ਭਾਈ ਬਾਲਾ ਜੀ ਸਾਖੀ ਸੁਣਾਉਂਦੇ ਨੇ। ਆਓ ਜੋ ਅੱਗੇ ਰਹਿੰਦੀ ਸਾਖੀ ਹੈ ਆਪਾਂ ਪ੍ਰੇਮ ਦੇ ਨਾਲ ਸਰਵਣ ਕਰੀਏ। ਹਾਂਜੀ। ਨਗਰ ਨਿਕਟ ਸਥਿਤ ਕਰੀ ਸਭ ਬਰਾਤ ਨੇ ਜਾਏ। ਹੁਣ ਪੱਖੋਗੇ ਰੰਧਾਵੇ ਦੇ ਕੋਲੇ ਨਗਰ ਨਿਕਟ ਸਥਿਤ ਕਰੀ ਸਭ ਬਰਾਤ ਨੇ ਜਾਏ। ਪੱਖੋਗੇ ਰੰਧਾਵੇ ਦੇ ਕੋਲੇ ਇੱਕ ਕੋਹ ਦੇ ਦੂਰੀ ਤੇ ਇੱਕ ਬਾਗ ਦੇ ਵਿੱਚ ਜਾ ਕੇ ਬਰਾਤ ਨੇ ਉਤਾਰਾ ਕੀਤਾ। ਕੋਤਕ ਹੋਤ ਅਨੇਕ ਵਿਦ ਮੁਣਜ ਮੋਦ ਮਨ ਪਾਏ। ਹੁਣ ਸਾਰੇ ਸਾਕ ਸੰਬੰਧੀ ਬੜੇ ਖੁਸ਼ ਸਨ। ਸਾਕ ਸੰਬੰਧੀ ਬੜੇ ਖੁਸ਼ ਸਨ ਔਰ ਤਰ੍ਹਾਂ ਤਰ੍ਹਾਂ ਦੇ ਆਪਣੇ ਖੁਸ਼ੀ ਦੇ ਵਿੱਚ ਬੋਲੀਆਂ ਬੋਲ ਰਹੇ ਸਨ। ਬਰਾਤ ਜੋ ਹੈ ਪੱਖੋਗੇ ਰੰਧਾਵੇ ਪਹੁੰਚ ਚੁੱਕੀ ਹੈ। ਪਰਮਾਨੰਦ ਨੰਦਨ ਜੈ ਰਾਮ ਦਿਜ ਬੋਲ ਲੀਨੋ ਦਿਨੋ। ਸੋ ਇਸ ਪ੍ਰਕਾਰ ਪਰਮਾਨੰਦ ਨੰਦਨ ਜੈ ਰਾਮ ਦਿਜ ਬੋਲ ਲੀਨੋ ਦਿਨੋ ਸੋ ਪਠਾਏ ਸੁਧ ਦੀਜੀ ਹੈ ਬਰਾਤ ਕੀ। ਸੋ ਇਸ ਤਰ੍ਹਾਂ ਕਰਕੇ ਜਿਹੜਾ ਪਰਮਾਨੰਦ ਜੀ ਜੈ ਰਾਮ ਜੀ ਦਾ ਪਿਤਾ ਹੈ, ਉਹਨੇ ਇੱਕ ਸਿਆਣੇ ਪੰਡਤ ਨੂੰ ਜਾ ਕੇ ਕਿਹਾ, ਉਹਨੂੰ ਭੇਜਿਆ ਕਹਿ ਕੇ ਕਿ ਜਾ ਕੇ ਤੁਸੀਂ ਮੂਲ ਚੰਦ ਜਿਹੜਾ ਪਟਵਾਰੀ ਜੀ ਹੈ, ਜਾ ਕੇ ਆਪ ਉਹਨਾਂ ਨੂੰ ਸੁਨੇਹਾ ਲਾ ਦਿਓ ਵੀ ਬਰਾਤ ਪਹੁੰਚ ਚੁੱਕੀ ਹੈ। ਬੋਲ ਲੀਨੋ ਦਿਨੋਂ ਸੋ ਪਠਾਏ ਸੁਧ ਦੀਜੀ ਹੈ ਬਰਾਤ ਕੀ, ਕਿ ਜਾ ਕੇ ਦੱਸੋ ਉਹਨਾਂ ਨੂੰ ਵੀ ਬਰਾਤ ਪਹੁੰਚ ਚੁੱਕੀ ਹੈ। ਇਸ ਤਰ੍ਹਾਂ ਜੈ ਰਾਮ ਜੀ ਦੇ ਪਿਤਾ ਨੇ ਸੁਨੇਹਾ ਭੇਜਿਆ ਹੈ। ਮਿਲਿਓ ਮੂਲੇ ਜਾਏ ਮੁਖ ਆਸ਼ਿਕ ਅਲਾਏ। ਇਸ ਪ੍ਰਕਾਰ ਉਹ ਜਿਹੜਾ ਨਿੱਧਾ ਪੰਡਤ ਜੀ ਭੇਜਿਆ, ਉਹਨੇ ਜਾ ਕੇ ਮੂਲ ਚੰਦ ਜੀ ਨੂੰ ਜਾ ਕੇ ਇਸ ਤਰ੍ਹਾਂ ਸੁਨੇਹਾ ਦਿੱਤਾ। ਭਲੇ ਸੁਣੋ ਜਜਮਾਨ ਕਲਿਆਣ ਤੇਰੇ ਗਾਤ ਕੀ। ਤਾਂ ਇਸ ਤਰ੍ਹਾਂ ਕਰਕੇ ਜਾ ਕੇ ਕਿਹਾ ਕਿ ਹੇ ਮੂਲ ਚੰਦ ਜੀ ਤੇਰੀ ਕਲਿਆਣ ਹੋਵੇ। ਤਾਂ ਅੱਗੇ ਬੜੇ ਸਤਿਕਾਰ ਦੇ ਨਾਲ ਉਹਨਾਂ ਨੇ ਵੀ ਪ੍ਰੇਮ ਕੀਤਾ। ਆਓ ਜੀ ਜਜਮਾਨ ਜੀ ਬੈਠੋ, ਕੀ ਸੁਨੇਹਾ ਲੈ ਕੇ ਆਏ ਹੋ? ਤਾਂ ਕਹਿਣ ਲੱਗੇ ਭਾਈ ਅਸੀਂ ਤੈਨੂੰ ਦੱਸਣ ਆਏ ਹਾਂ ਕਿ ਬਰਾਤ ਪਹੁੰਚ ਚੁੱਕੀ ਹੈ। ਹਾਂਜੀ। ਕਾਲੂ ਚੰਦ ਮਹਤੇ ਕੀ ਉਤਰੀ ਬਰਾਤ ਆਨ। ਕਿ ਜਿਹੜੇ ਮਹਿਤਾ ਕਾਲੂ ਜੀ ਹਨ ਰਾਏ ਭੋਏ ਦੀ ਤਲਵੰਡੀ ਵਾਲੇ, ਉਹ ਆਪਣੇ ਸਾਕ ਸੰਬੰਧੀਆਂ ਨੂੰ ਨਾਲ ਲੈ ਕੇ, ਆਪਣੇ ਪਿਆਰੇ ਪੁੱਤਰ ਨੂੰ ਨਾਲ ਲੈ ਕੇ ਬਰਾਤ ਲੈ ਕੇ ਪਹੁੰਚ ਗਏ ਹਨ। ਆਇਓ ਸੁਧ ਦੇਨ ਜਿਹੇ ਸ਼ੋਭ ਬਹੁ ਭਾਂਤ ਕੀ। ਹੁਣ ਮੈਂ ਤੁਹਾਨੂੰ ਖਬਰ ਕਰਨ ਵਾਸਤੇ ਆਇਆ ਕਿ ਹੇ ਮੂਲ ਚੰਦ ਜੀ ਤੁਸੀਂ ਆਪਣੇ ਸਾਕ ਸੰਬੰਧੀਆਂ ਨੂੰ ਨਾਲ ਲੈ ਕੇ ਜੋ ਬਣਦੀ ਰਸਮ ਹੈ ਉਹਦੀ ਤਿਆਰੀ ਕਰ ਲਵੋ। ਮੂਲੇ ਕਿੰਨੀ ਬੰਧਨ ਆਨੰਦ ਹਿਰਦੇ ਮਨ ਕਹਿਓ। ਤਾਂ ਇਸ ਪ੍ਰਕਾਰ ਜਦੋਂ ਮੂਲ ਚੰਦ ਜੀ ਨੇ ਇਹ ਗੱਲ ਸੁਣੀ ਤਾਂ ਬੜੇ ਖੁਸ਼ ਹੋਏ। ਕਹਿਣ ਲੱਗੇ ਆਓ ਭਾਗ, ਸਾਡੇ ਵਾਸਤੇ ਬੜੀ ਖੁਸ਼ੀ ਦੀ ਖਬਰ ਹੈ। ਜੀ ਆਇਆਂ ਨੂੰ ਭਾਈ, ਸਾਰੇ ਪਰਿਵਾਰ ਨੂੰ ਜੀ ਆਇਆਂ ਨੂੰ। ਭਾਈ ਤੈਨੂੰ ਵੀ ਜੀ ਆਇਆਂ ਨੂੰ, ਤੂੰ ਸਾਨੂੰ ਬੜਾ ਸ਼ੁਭ ਸੁਨੇਹਾ ਦਿੱਤਾ ਹੈ। ਇਸ ਤਰ੍ਹਾਂ ਮੂਲ ਚੰਦ ਪਟਵਾਰੀ ਜੀ ਨੇ ਬੜੇ ਅਦਬ ਸਤਿਕਾਰ ਦੇ ਨਾਲ ਗੱਲ ਤੋਰੀ। ਭਲੀ ਬਾਤ ਭਈ ਸੁਧ ਲਿਓ ਮੈਂ ਬਰਾਤ ਕੀ। ਹਾਂ ਭਾਈ ਤੂੰ ਬੜਾ ਚੰਗਾ ਕੀਤਾ ਜੋ ਤੂੰ ਮੈਨੂੰ ਪਹਿਲਾਂ ਹੀ ਖਬਰ ਦੇ ਦਿੱਤੀ ਹੈ, ਔਰ ਇਹ ਖਬਰ ਸੁਣ ਕੇ ਮੇਰਾ ਮਨ ਬੜਾ ਖੁਸ਼ ਹੋਇਆ ਹੈ। ਮੂਲਾ ਗਿਆ ਉੱਠ ਕੇ ਤਬ ਤੁਰਨ। ਤਾਂ ਇਸ ਪ੍ਰਕਾਰ ਉਸੇ ਵੇਲੇ ਜਦੋਂ ਮੂਲ ਚੰਦ ਜੀ ਨੇ ਸੁਣਿਆ ਕਿ ਬਰਾਤ ਆ ਗਈ ਹੈ ਤੇ ਇੱਕ ਕੋਹ ਦੀ ਦੂਰੀ ਤੇ ਹੈ, ਹੁਣ ਮੂਲ ਚੰਦ ਜੀ ਆਪਣੇ ਸਾਕ ਸੰਬੰਧੀਆਂ ਨੂੰ ਬੁਲਾਉਣ ਵਾਸਤੇ, ਇਕੱਠਾ ਕਰਨ ਵਾਸਤੇ ਮੂਲ ਚੰਦ ਪਟਵਾਰੀ ਜੀ ਤੁਰੇ ਹਨ। ਪੰਚ ਦਿੱਤਾ ਜਹ ਗੋਤ ਰਿੰਧਾਵਾ। ਤਾਂ ਹੁਣ ਸਭ ਤੋਂ ਪਹਿਲਾਂ ਕਿੱਥੇ ਗਏ? ਸਭ ਤੋਂ ਪਹਿਲਾਂ ਮੂਲ ਚੰਦ ਪਟਵਾਰੀ ਜੀ ਗਏ ਪੰਚਾਂ ਕੋਲੇ। ਹੁਣ ਪੰਚ ਕੌਣ ਸੀ? ਜਿਵੇਂ ਪੰਜਾਂ ਪਿੰਡਾਂ ਦਾ ਇੱਕ ਚੌਧਰੀ ਸੀ, ਉਹਨੂੰ ਕਹਿੰਦੇ ਸੀ ਰੰਧਾਵਾ। ਰੰਧਾਵੇ ਗੋਤ ਦਾ ਮਾਲਕ ਸੀ ਉਹ। ਉਹਦਾ ਲੜਕਾ ਸੀ ਅਜੀਤਾ ਰੰਧਾਵਾ, ਤੇ ਅਜੀਤੇ ਰੰਧਾਵੇ ਦਾ ਪਿਤਾ ਸੀ ਜਿਹੜਾ ਵੱਡਾ ਚੌਧਰੀ ਸੀ ਪੰਜਾਂ ਪਿੰਡਾਂ ਦਾ,
ਉਹਦੇ ਕੋਲੇ ਮੂਲ ਚੰਦ ਪਟਵਾਰੀ ਜੀ, ਉਹ ਮੂਲ ਚੰਦ ਪਟਵਾਰੀ ਜੀ ਇਸੇ ਰੰਧਾਵਿਆਂ ਦਾ ਪਟਵਾਰੀ ਸੀ। ਚੌਧਰੀ ਕਹਿ ਲਓ, ਛੋਟਾ ਜਿਹਾ ਰਾਜਾ ਕਹਿ ਲਓ। ਸੋ ਇਹਨਾਂ ਦਾ ਸਾਰਿਆਂ ਦਾ ਕੰਮਕਾਜ ਦੇਖਦਾ ਹੁੰਦਾ ਤੇ ਇਹਨਾਂ ਦਾ ਹੀ ਪਟਵਾਰੀ ਸੀ। ਹੁਣ ਸੁਭਾਵਿਕ ਹੈ ਮੂਲ ਚੰਦ ਜੀ ਨੇ ਸਭ ਤੋਂ ਪਹਿਲਾਂ ਜਾਣਾ ਕਿਹਦੇ ਕੋਲੇ? ਆਪਣੇ ਮਾਲਕ ਕੋਲੇ। ਹੁਣ ਮੂਲ ਚੰਦ ਪਟਵਾਰੀ ਜੀ ਸਭ ਤੋਂ ਪਹਿਲਾਂ ਸੁਨੇਹਾ ਲੈ ਕੇ ਗਏ ਆਪਣੇ ਮਾਲਕ ਕੋਲੇ, ਰੰਧਾਵੇ ਚੌਧਰੀ ਕੋਲੇ। ਹਾਂਜੀ। ਭੈਣ ਭਣੇ ਸੁਣੀਏ ਛਤਰ ਚੌਧਰੀ, ਆਈ ਬਰਾਤ ਅਬੈ ਸੁਧ ਆਵਾ। ਕਿ ਭਾਈ ਹੈ ਚੌਧਰੀ ਸਾਹਿਬ ਜੀ, ਕਿ ਸੁਨੇਹਾ ਆਇਆ ਕਿ ਆਪਣੇ ਪੱਖੋਗੇ ਰੰਧਾਵੇ ਪਿੰਡ ਤੋਂ 1 ਮੀਲ ਦੀ ਦੂਰੀ ਤੇ ਬਰਾਤ ਪਹੁੰਚ ਚੁੱਕੀ ਹੈ, ਜੋ ਕਿ ਬਰਾਤ ਲੈ ਕੇ ਪਰਮਾਨੰਦ ਜੀ, ਇਹ ਬੜੇ ਸਾਹੂਕਾਰ ਸਨ, ਵਪਾਰੀ ਵੀ ਸਨ ਜੈ ਰਾਮ ਜੀ, ਤੇ ਇਹਨਾਂ ਦਾ ਪਿਤਾ, ਇਹਨਾਂ ਦਾ ਰਸੂਖ ਸੀ ਸਾਰੇ ਪਾਸੇ। ਸੋ ਇਸ ਕਰਕੇ ਜਾਣਦੇ ਵੀ ਸਨ। ਪੱਖੋਗੇ ਰੰਧਾਵੇ ਵਾਲਾ ਚੌਧਰੀ ਜਿਹੜਾ ਜਾਣਦਾ ਸੀ ਪਰਮਾਨੰਦ ਜੀ ਨੂੰ, ਜੈ ਰਾਮ ਜੀ ਦੇ ਪਿਤਾ ਨੂੰ, ਰਾਏ ਬਲਾਰ ਵੀ ਜਾਣਦਾ ਸੀ। ਇਸ ਤਰ੍ਹਾਂ ਕਰਕੇ ਇਹ ਛੋਟੇ ਛੋਟੇ ਰਾਜਿਆਂ ਦੀਆਂ ਰਿਆਸਤਾਂ ਹੁੰਦੀਆਂ, ਇਹਨਾਂ ਦੇ ਵਿੱਚ ਇਹ ਜਿਹੜੇ ਵਪਾਰੀ ਸਨ ਆਪਸ ਦੇ ਵਿੱਚ ਮਿਲਦੇ ਗਿਲਦੇ ਰਹਿੰਦੇ, ਇਸ ਕਰਕੇ ਬਹੁਤ ਜਾਣ ਪਛਾਣ ਸੀ। ਹੁਣ ਮੂਲ ਚੰਦ ਪਟਵਾਰੀ ਜੀ ਲੱਗੇ ਕਹਿਣ ਕਿ ਇਹ ਰੰਧਾਵਾ ਜੀ ਖਬਰ ਆਈ ਹੈ ਕਿ ਬਰਾਤ ਪਿੰਡ ਦੇ ਨੇੜੇ ਹੀ ਪਹੁੰਚ ਚੁੱਕੀ ਹੈ, ਔਰ ਮੇਰੀ ਲੜਕੀ ਹੋਈ, ਤੁਹਾਡੀ ਲੜਕੀ ਹੋਈ, ਇਸ ਕਰਕੇ ਆਓ ਆਪਾਂ ਚੱਲੀਏ ਬਰਾਤ ਦਾ ਸਤਿਕਾਰ ਕਰਨ ਵਾਸਤੇ, ਸਾਰੇ ਮਿਲ ਕੇ ਮੇਰੇ ਦੇ ਨਾਲ ਚਲੋ। ਇਸ ਪ੍ਰਕਾਰ ਮੂਲ ਚੰਦ ਜੀ ਨੇ ਕਿਹਾ। लेने अगारी चले तिनको हम, आय सजे तुमरी शुभ पावा। ਤੇ ਕਹਿਣ ਲੱਗੇ ਮੈਂ ਤਾਂ ਤੁਹਾਨੂੰ ਆਗਿਆ ਲੈਣ ਵਾਸਤੇ ਆਇਆ, ਔਰ ਤੁਹਾਨੂੰ ਸੁਨੇਹਾ ਲਾਉਣ ਵਾਸਤੇ ਆਏ ਆ ਕਿ ਤੁਸੀਂ ਵੀ ਮੇਰੇ ਨਾਲ ਚੱਲੋ। ਆਓ ਆਪਾਂ ਬਰਾਤ ਨੂੰ ਮੂਹਰੇ ਹੋ ਕੇ ਉਹਨਾਂ ਦਾ ਸਤਿਕਾਰ ਕਰੀਏ। ਆਪ ਦੇ ਵਿੱਚ ਪਰਿਵਾਰਾਂ ਦੀ ਮਿਲਣੀਆਂ ਵੀ ਹੋਣੀਆਂ ਨੇ, ਉਹਨਾਂ ਦੇ ਵੀ ਸਾਕ ਸੰਬੰਧੀ ਸਾਰੇ ਆਏ ਨੇ, ਇਸ ਕਰਕੇ ਇਹ ਚੌਧਰੀ ਜੀ ਮੇਰੇ ਨਾਲ ਚੱਲੋ। रावर को अविलंब सदीव है, ते सुन के इव बैन अलावा। ਤਾਂ ਇਸ ਕਰਕੇ ਮੂਲ ਚੰਦ ਜੀ ਕਹਿਣ ਲੱਗੇ ਮੇਰੇ ਤਾਂ ਤੁਸੀਂ ਵੱਡੇ ਹੋ, ਤੁਸੀਂ ਇਹ ਸਾਰੀਆਂ ਸੀਸਾਂ ਮੈਨੂੰ ਦੇਣੀਆਂ ਨੇ, ਇਸ ਕਰਕੇ ਮੈਂ ਤਾਂ ਤੁਹਾਡਾ ਹੀ ਓਟ ਆਸਰਾ ਤੱਕਦਾ ਹਾਂ। ਤੁਸੀਂ ਮੇਰੇ ਵਾਸਤੇ ਤਾਂ ਪਰਿਵਾਰ ਵਿੱਚ ਤੁਸੀਂ ਇਹ ਵੱਡੇ ਹੋ, ਸਮਝ ਰੱਖਦੇ ਹੋ, ਸਿਆਣੇ ਹੋ। ਚਲੋ ਨਾਲ ਹੋ ਕੇ, ਸਾਡੇ ਨਾਲ ਹੋ ਕੇ ਜੋ ਵਿਆਹ ਦੀਆਂ ਰਸਮਾਂ ਹਨ ਮੇਰੇ ਨਾਲ ਚੱਲ ਕੇ ਕਰਵਾਵੋ। ਇਸ ਤਰ੍ਹਾਂ ਜਦੋਂ ਮੂਲ ਚੰਦ ਜੀ ਨੇ ਕਿਹਾ, ਵੈਸ ਵਡੀ ਜਰਾ ਲੀਨ ਗਰਸੀ, ਚਲਬੇ ਬਲ ਨਾਹੇ ਰਹਿਓ ਮੁਝ ਦੇਹੀ। ਤਾਂ ਹੁਣ ਫੇਰ ਉਸ ਵੇਲੇ ਜਿਹੜਾ ਪੱਖੋਗੇ ਰੰਧਾਵੇ ਦਾ ਚੌਧਰੀ ਸੀ, ਉਹ ਕਹਿਣ ਲੱਗਿਆ ਵੀ ਮੇਰੀ ਉਮਰ ਹੋ ਗਈ ਹੈ ਵਡੇਰੀ, ਮੈਨੂੰ ਹੁਣ ਤੁਰਨਾ ਫਿਰਨਾ ਵੀ ਔਖਾ ਲੱਗਦਾ, ਮੈਂ ਤਾਂ ਇੱਕ ਥਾਂ ਬੈਠਾ ਰਹਿਣਾ ਤੇ ਬੈਠ ਕੇ ਕੰਮ ਕਾਜ ਬਾਰੇ ਮਾੜਾ ਮੋਟਾ ਸੁਣ ਲੈਣਾ ਇੱਧਰ ਉੱਧਰੋਂ ਨੌਕਰਾਂ ਤੋਂ, ਤੇ ਉਹਨਾਂ ਦੀ ਗੱਲ ਵਿੱਚ ਹੰਗਾਰਾ ਭਰ ਦਿੰਦਾ। ਪਰ ਹੁਣ ਤਾਂ ਤੈਨੂੰ ਵੀ ਪਤਾ ਹੈ ਇਹ ਮੂਲ ਚੰਦ ਜੀ, ਸਾਰਾ ਕੰਮ ਕਾਜ ਅੱਜ ਕੱਲ੍ਹ ਮੇਰਾ ਲੜਕਾ ਅਜੀਤਾ ਰੰਧਾਵਾ ਦੇਖਦਾ ਹੈ, ਸੋ ਇਸ ਕਰਕੇ ਮੇਰਾ ਤਾਂ ਜਾਣਾ ਮੁਸ਼ਕਲ ਹੈ, ਮੈਂ ਤਾਂ ਨਹੀਂ ਜਾ ਸਕਦਾ। ਇਸ ਤਰ੍ਹਾਂ ਕਿਹਾ ਚੌਧਰੀ ਨੇ ਵੀ ਮੇਰੀ ਉਮਰ ਵਡੇਰੀ ਹੋ ਗਈ ਹੈ, ਮੈਨੂੰ ਤੁਰਨਾ ਫਿਰਨਾ ਔਖਾ ਲੱਗਦਾ ਹੈ, ਸੋ ਇਸ ਕਰਕੇ ਵੀ ਮੈਂ ਨਹੀਂ ਜਾ ਸਕਾਂਗਾ। ਹਾਂ, ਤੁਸੀਂ ਮੇਰੇ ਲੜਕੇ ਅਜੀਤੇ ਰੰਧਾਵੇ ਨੂੰ ਨਾਲ ਲੈ ਜਾਓ। ਇਸ ਤਰ੍ਹਾਂ ਪੱਖੋਗੇ ਰੰਧਾਵੇ ਦੇ ਚੌਧਰੀ ਨੇ ਕਿਹਾ, ਨਾ ਤਰ ਮੈਂ ਚਲ ਤੋ ਅਬ ਸੰਗ, ਸਦਾ ਤੋਂ ਮੈਂ ਜਾਣਤ ਪ੍ਰਾਣ ਸਨੇਹੀ। ਤਾਂ ਕਹਿਣ ਲੱਗੇ, ਹੁਣ ਉਹ ਬਜ਼ੁਰਗ ਨੇ ਕਿਹਾ ਮੂਲ ਚੰਦ ਜੀ, ਮੈਨੂੰ ਪਤਾ ਤੁਸੀਂ ਮੇਰਾ ਵੱਡਾ ਸਤਿਕਾਰ ਕਰਦੇ ਹੋ, ਤੁਸੀਂ ਮੇਰੇ ਪਰਮ ਮਿੱਤਰ ਹੋ, ਪਰ ਮਜਬੂਰੀ ਇਹ ਆ ਬਣੀ ਵੀ ਹੁਣ ਮੇਰੀ ਬਹੁਤੀ ਬਿਰਧ ਅਵਸਥਾ, ਮੈਂ ਜਾ ਨਹੀਂ ਸਕਾਂਗਾ, ਇਸ ਕਰਕੇ ਮੈਨੂੰ ਪਤਾ ਲੜਕੀ ਦਾ ਕਾਰਜ ਹੈ, ਜਾਣਾ ਬਣਦਾ ਹੈ, ਪਰ ਹੁਣ ਜਦੋਂ ਸਰੀਰ ਹੀ ਨਹੀਂ ਸਾਥ ਦਿੰਦਾ ਮੈਂ ਕਿਵੇਂ ਚੱਲਾਂ। ਇਸ ਤਰ੍ਹਾਂ ਉਹ ਚੌਧਰੀ ਲੱਗਿਆ ਕਹਿਣ, तात अजीते पधार इनै संग,
लेहो बरात भली बिद जेही। ਤਾਂ ਹੁਣ ਕਹਿਣ ਲੱਗਿਆ ਚੌਧਰੀ ਵੀ ਤਾਤ ਅਜੀਤੇ ਪਧਾਰ ਇਨੈ ਸੰਗ ਲਿਹੋ ਬਰਾਤ ਭਲੀ ਬਿਦ ਜੇਹੀ। ਹੁਣ ਫਿਰ ਚੌਧਰੀ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਹੇ ਅਰਜਿੱਤੇ ਰੰਧਾਵੇ ਮੇਰੇ ਪੁੱਤਰ, ਕਿ ਇਹਨਾਂ ਦੇ ਨਾਲ ਜਾ, ਮੂਲ ਚੰਦ ਪਟਵਾਰੀ ਜੀ ਦੇ ਨਾਲ, ਔਰ ਜਾ ਕੇ ਬਰਾਤ ਦਾ ਸਤਿਕਾਰ ਕਰੋ। ਹੋਰ ਵੀ ਜਿਸੇ ਚੀਜ਼ ਦੀ ਲੋੜ ਹੋਵੇ ਮੂਹਰੇ ਹੋ ਕੇ ਸਾਰੇ ਕਾਰਜ ਕਰਨੇ। ਇਸ ਤਰ੍ਹਾਂ ਚੌਧਰੀ ਨੇ ਆਪਣੇ ਲੜਕੇ ਅਜਿੱਤੇ ਰੰਧਾਵੇ ਨੂੰ ਕਿਹਾ। ਚਾਹੇ ਜੋ ਹੋਏ ਪੁਚਾਏ ਸੋ ਦੇਵ ਹੋ, ਪਾਸ ਰਹੋ ਜਹ ਮੂਲਾ ਰਹੇ ਹੀ। ਹਾਂ, ਇਹ ਵੀ ਕਿਹਾ ਆਪਣੇ ਪੁੱਤਰ ਨੂੰ ਕਿ ਤੂੰ ਮੂਲ ਚੰਦ ਪਟਵਾਰੀ ਦੇ ਨਾਲ ਨਹੀਂ ਰਹਿਣਾ। ਜਿਸ ਕਿਸੇ ਚੀਜ਼ ਦੀ ਵੀ ਲੋੜ ਹੋਵੇ ਉਸੇ ਵੇਲੇ ਚੀਜ਼ ਇਹਨਾਂ ਤੱਕ ਪਹੁੰਚਾ ਦੇਣੀ। ਪੈਸੇ ਟਕੇ ਦਾ, ਅੰਨ ਪਾਣੀ ਦਾ, ਕਿਸੇ ਗੱਲ ਦੀ ਵੀ ਕਮੀ ਨਹੀਂ ਆਣ ਦੇਣੀ। ਇਹ ਆਪਣੇ ਪਰਮ ਮਿੱਤਰ ਹਨ। ਬਹੁਤ ਚਿਰ ਹੋ ਗਏ ਇਹਨਾਂ ਨੂੰ ਆਪਣੇ ਨਾਲ ਕੰਮ ਕਰਦਿਆਂ। ਇਸ ਤਰ੍ਹਾਂ ਚੌਧਰੀ ਨੇ ਆਪਣੇ ਲੜਕੇ ਰਣਜੀਤੇ ਰੰਧਾਵੇ ਨੂੰ ਕਹਿ ਕੇ ਭੇਜਿਆ। ਮੂਲਾ ਕਹੈ ਸੋ ਲਾਜ ਹਮਾਰੀ ਤੋਹੇ ਕੋ। ਤਾਂ ਇਸ ਪ੍ਰਕਾਰ ਫਿਰ ਜਦੋਂ ਚੌਧਰੀ ਨੇ ਇਸ ਤਰ੍ਹਾਂ ਵਡਿਆਇਆ ਤਾਂ ਮੂਲ ਚੰਦ ਕਹਿਣ ਲੱਗਿਆ। ਮੂਲ ਚੰਦ ਜੀ ਕਹਿਣ ਲੱਗੇ ਕਿ ਹੇ ਚੌਧਰੀ ਜੀ, ਸਾਡੀ ਤਾਂ ਲਾਜ ਸ਼ਰਮ ਤੁਹਾਡੇ ਨਾਲ ਹੀ ਹੈ। ਭਾਵ ਜਿੰਨੀ ਮਾਣ ਇੱਜ਼ਤ ਹੈ ਉਹ ਤੁਹਾਡੇ ਵਰਗੇ ਚੌਧਰੀਆਂ ਦੇ ਨਾਲ ਹੀ ਸੋਭਦੀ ਹੈ। ਤੁਸੀਂ ਸਾਡੇ ਵੱਡੇ ਹੋ, ਸੋ ਇਸ ਕਰਕੇ ਤੁਹਾਡੇ ਨਾਲ ਹੀ ਸਾਰੀ ਵਡਿਆਈ ਹੈ। ਇਸ ਤਰ੍ਹਾਂ ਮੂਲ ਚੰਦ ਜੀ ਨੇ ਕਿਹਾ। ਜਸ ਅਪ ਜਸ ਸ਼ੁਭ ਕਾਜ ਕੁਕਾਜੰਗ ਹੋਹੇ ਕੋ। ਤਾਂ ਕਹਿਣ ਲੱਗੇ ਹੁਣ ਤੁਹਾਡੇ ਹੱਥ ਵਿੱਚ ਹੁੰਦਾ ਹੈ, ਚਾਹੇ ਤੁਸੀਂ ਜਸ ਕਰਾ ਦਿਓ, ਅਪਜਸ ਕਰਾ ਦਿਓ। ਤੁਹਾਡੇ ਵਰਗੇ ਵੱਡੇ ਬੰਦਿਆਂ ਦਾ ਸਾਥ ਹੋਵੇ ਤਾਂ ਦੁਨੀਆ ਵਿੱਚ ਜਸ ਹੋ ਜਾਂਦਾ ਹੈ। ਹੇ ਚੌਧਰੀ ਜੀ, ਜੇ ਤੁਹਾਡੇ ਵਰਗੇ ਬੰਦਿਆਂ ਦੀ ਨਾਰਾਜ਼ਗੀ ਹੋਵੇ ਤਾਂ ਵੱਡਾ ਅਪਜਸ ਹੁੰਦਾ ਹੈ। ਇਸ ਕਰਕੇ ਜਸ ਅਪਜਸ ਤੁਹਾਡੇ ਨਾਲ ਹੀ ਹੈ। ਇਸ ਤਰ੍ਹਾਂ ਮੂਲ ਚੰਦ ਜੀ ਨੇ ਕਿਹਾ। ਪੰਚ ਨਗਰ ਕੇ ਆਪ ਵਿਦਿਤ ਤੁਮ ਨਾਮ ਹੈ। ਤਾਂ ਕਹਿਣ ਲੱਗੇ ਤੁਸੀਂ ਵੱਡੇ ਸਿਆਣੇ ਹੋ। ਹੁਣ ਮੂਲ ਚੰਦ ਜੀ ਕਹਿਣ ਲੱਗੇ, ਚੌਧਰੀ ਸਾਹਿਬ ਜੀ ਤੁਸੀਂ 5 ਪਿੰਡਾਂ ਦੇ ਮਾਲਕ ਹੋ, ਸਿਆਣੇ ਹੋ, ਸਾਰੀ ਦੁਨੀਆ ਆਪ ਜੀ ਤੋਂ ਡਰਦੀ ਹੈ। ਹੋ ਮੈਂ ਪਟਵਾਰੀ ਵਿਦਿਤ ਸਦਾ ਢਿਗ ਧਾਮ ਹੈ। ਮੈਂ ਤਾਂ ਇੱਕ ਛੋਟਾ ਜਿਹਾ ਪਟਵਾਰੀ ਹਾਂ, ਤੁਹਾਡਾ ਦਾਸ ਹਾਂ, ਤੁਹਾਡੇ ਨੌਕਰ ਹਾਂ। ਇਸ ਕਰਕੇ ਜਿੰਨੀ ਤੁਹਾਡੀ ਵਡਿਆਈ ਕੀਤੀ ਜਾਵੇ ਉਨੀ ਘੱਟ ਹੈ। ਸਾਡੀ ਤਾਂ ਤੁਹਾਡੇ ਨਾਲ ਹੀ ਇਹ ਵਡਿਆਈ ਹੈ। ਇਸ ਤਰ੍ਹਾਂ ਚੌਧਰੀ ਜੀ ਨੂੰ ਮੂਲ ਚੰਦ ਜੀ ਲੱਗੇ ਕਹਿਣ। ਬਰੰਗ ਬਰਾਤ ਬਟੋਰ ਵੱਡੀ ਪੁਰ ਬਿਯਨ ਕੀ। ਤਾਂ ਇਸ ਪ੍ਰਕਾਰ ਮੂਲ ਚੰਦ ਜੀ ਕਹਿਣ ਲੱਗਿਆ ਜੀ 2 ਸ਼ਹਿਰਾਂ ਦੀ ਬਰਾਤ ਆ ਰਹੀ ਹੈ। ਇੱਕ ਤਾਂ ਹੈ ਰਾਏ ਭੋਏ ਤਲਮੰਡੀ ਦੇ ਸਾਹੂਕਾਰ ਆ ਰਹੇ ਨੇ ਵਿੱਚ, ਰਾਏ ਬੁਲਾਰ ਦੇ ਵੱਡੇ ਅਫਸਰ ਵੀ ਨੇ ਕਈ, ਵੱਡੇ ਮੁਲਾਜ਼ਮ ਵੀ ਨੇ ਕਈ, ਔਰ ਮਹਿਤਾ ਕਾਲੂ ਜੀ ਆਪ ਵੀ ਪਟਵਾਰੀ ਨੇ, ਚੰਗਾ ਉਹਨਾਂ ਦਾ ਰਸੂਖ ਹੈ। ਔਰ ਉਹਨਾਂ ਦੇ ਜਿਹੜੇ ਨਾਨਾ ਜੀ ਹਨ ਮਾਝੇ ਤੋਂ ਰਾਮਾ ਜੀ, ਉਹਨਾਂ ਦਾ ਵੀ ਵੱਡਾ ਰਸੂਖ ਹੈ, ਉਹਨਾਂ ਦਾ ਵੀ ਭਾਈਚਾਰਾ ਨਾਲ ਹੈ। ਔਰ ਤੀਜਾ ਸਭ ਤੋਂ ਵੱਡਾ ਰਸੂਖਦਾਰ ਹਨ ਪਰਮਾਨੰਦ ਜੀ ਜੈ ਰਾਮ ਜੀ ਦੇ ਪਿਤਾ। ਔਰ ਇੱਕ ਗੱਲ ਹੋਰ ਹੈ ਕਿ ਨਵਾਬ ਦੌਲਤ ਖਾਂ ਦੇ ਮੋਦੀ ਹਨ ਗੁਰੂ ਨਾਨਕ ਦੇਵ ਜੀ। ਇਸ ਕਰਕੇ ਨਵਾਬ ਮੋਦੀ ਖਾਂ ਦੇ ਵੀ ਅਹਿਲਕਾਰ ਨਾਲ ਨੇ ਖੁਸ਼ੀ ਵਿੱਚ ਸ਼ਾਮਲ ਹੋਣ ਵਾਸਤੇ। ਹਾਥੀਆਂ, ਗੱਡੇ, ਘੋੜੇ ਭੇਜੇ ਉਹਨਾਂ ਨੇ ਸਾਰੇ। ਇਸ ਕਰਕੇ ਮੂਲ ਚੰਦ ਜੀ ਕਹਿਣ ਲੱਗੇ ਆਪਾਂ ਵੀ ਤਾਂ ਹੀ ਸ਼ੋਭਾ ਪਾਉਂਦੇ ਹਾਂ ਜੇ ਇਹ ਚੌਧਰੀ ਸਾਹਿਬ ਜੀ ਤੁਹਾਡੇ ਵਰਗੇ ਤਕੜੇ ਬੰਦੇ ਨਾਲ ਖੜੇ ਹੋਣਗੇ ਸਤਿਕਾਰ ਵਾਸਤੇ। ਸਾਰੇ ਵੱਡੇ ਬੰਦੇ ਆ ਰਹੇ ਨੇ, ਇਸ ਕਰਕੇ ਮੂਲ ਚੰਦ ਜੀ ਕਹਿ ਰਹੇ ਨੇ। ਹਾਂਜੀ। ਕਾਲੂ ਪਰਮਾਨੰਦ ਸੈਨ ਗਏ ਹੋਇਨ ਕੀ। ਕਹਿਣ ਲੱਗੇ ਮਹਿਤਾ ਕਾਲੂ ਜੀ ਰਾਏ ਭੋਏ ਤੋਂ ਆਪਣੇ ਸਾਗ ਸੰਬੰਧੀਆਂ ਦੇ ਨਾਲ, ਪਰਮਾਨੰਦ ਜੀ ਸੁਲਤਾਨਪੁਰ ਤੋਂ ਆਪਣੇ ਸਾਗ ਸੰਬੰਧੀਆਂ ਦੇ ਨਾਲ, ਘੋੜੇ ਹਾਥੀਆਂ ਸਮੇਤ ਬੜੇ ਸਾਜੋ ਸਮਾਨ ਦੇ ਨਾਲ, ਬੜੇ ਰਜੋ ਗੁਣੀ ਠਾਠ ਬਾਠ ਦੇ ਨਾਲ ਬਰਾਤ ਲੈ ਕੇ ਪਧਾਰੇ ਹਨ। ਇਸ ਕਰਕੇ ਆਪਣਾ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਹੈ। ਲੇਕਰ ਪਹੁੰਚੇ ਆਨ ਸਕੀਰਤ ਸੋਹੀ। ਹਾਂ, ਵੱਡੀ ਜਿਹੜੀ ਉਹਨਾਂ ਨੇ
ਰਿਸ਼ਤੇਦਾਰੀ ਦੀ ਗਿਣਤੀ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਸਾਰੇ ਪਹੁੰਚੇ ਹਨ। ਹੋ ਸੋਭਾ ਭਾਂਤਨ ਭਾਂਤ ਹੇਰ ਸੁਰ ਮੋਹੇ ਹੀ। ਇਸ ਕਰਕੇ ਬਹੁਤ ਸ਼ੋਭਾ ਪਾ ਰਹੇ ਨੇ, ਬਹੁਤ ਮਹਿਤਾ ਕਾਲੂ ਜੀ ਤਾਂ ਸਾਰੇ ਪਾਸੇ ਸ਼ੋਭਾ ਹੀ ਸ਼ੋਭਾ ਹੋ ਰਹੀ ਹੈ। ਹਾਥੀ ਘੋੜੇ ਜੋ ਬਰਾਤ ਵਿੱਚ ਆਏ ਹਨ। ਹਿਤਾ ਕਹੈ ਤੋਹਿ ਬੋਲ ਵਿਗਾਰ ਸੁਭਾਏ ਹੈ। ਹੁਣ ਅਜੀਤੇ ਰੰਧਾਵੇ ਦਾ ਜਿਹੜਾ ਪਿਤਾ ਹੈ ਚੌਧਰੀ, ਹੁਣ ਮੂਲ ਚੰਦ ਪਟਵਾਰੀ ਜੀ ਨੂੰ ਕਹਿਣ ਲੱਗਿਆ ਵੀ ਤੇਰੇ ਨਾਲ ਮੇਰਾ ਲੜਕਾ ਜਾਵੇਗਾ। ਉਹ ਮੰਨ ਗਿਆ ਵੀ ਠੀਕ ਹੈ। ਹੁਣ ਚੌਧਰੀ ਸਾਹਿਬ ਜੀ ਮੂਲ ਚੰਦ ਪਟਵਾਰੀ ਨੂੰ ਇੱਕ ਸਿੱਖਿਆ ਦਿੰਦੇ ਨੇ। ਕਹਿਣ ਲੱਗੇ ਗੱਲ ਸੁਣ ਮੂਲ ਚੰਦ ਜੀ, ਤੇਰਾ ਜਿਹੜਾ ਸੁਭਾਅ ਹੈ ਉਹ ਹੈ ਬੋਲ ਪੜਾਕ, ਤੂੰ ਬਹੁਤ ਛੇਤੀ ਤਲਕੀ ਫੜ ਲੈਣਾ। ਉਹ ਵੀ ਪਟਵਾਰੀ ਸੀ ਮੂਲ ਚੰਦ ਜੀ ਅੱਗੇ, ਮਾਤਾ ਸੁਲੱਖਣੀ ਜੀ ਦੇ ਜਿਹੜੇ ਪਿਤਾ ਸਨ ਮੂਲ ਚੰਦ ਜੀ ਅੱਗੇ ਆਵੇਗਾ ਹੁਣ ਸਾਰੀ ਸਾਖੀ ਦੇ ਵਿੱਚ। ਉਹਨਾਂ ਦਾ ਸੁਭਾਅ ਵੀ ਮਹਿਤਾ ਕਾਲੂ ਜੀ ਵਰਗਾ ਹੀ ਸੀ, ਬੜਾ ਸਖਤ ਸੁਭਾਅ ਸੀ, ਬੜੇ ਛੇਤੀ ਤਲਕਾਈ ਫੜਦੇ ਸਨ। ਹੁਣ ਚੌਧਰੀ ਲੱਗਿਆ ਕਹਿਣ ਕਿ ਇਹ ਮੂਲ ਚੰਦ ਜੀ, ਹਿਤਾ ਕਹੈ ਤੋਹੇ ਬੋਲ ਵਿਗਾੜ ਸੁਭਾਏ ਹੈ, ਕਿ ਤੇਰਾ ਜਿਹੜਾ ਬੋਲ ਵਿਗਾੜ ਕਰਨ ਵਾਲਾ ਸੁਭਾਅ ਹੈ, ਬੜ ਬੋਲੜਾ ਸੁਭਾਅ ਹੈ, ਇਸ ਕਰਕੇ ਧਿਆਨ ਰੱਖੀ। ਹਾਂਜੀ। ਨਹਿ ਬੋਲੋ ਦੁਰਬਾਕ ਤੋ ਕੀਰਤ ਪਾਈ ਹੈ। ਤੇ ਖੁਸ਼ੀਆਂ ਦਾ ਮਾਹੌਲ ਹੈ, ਐਸਾ ਕੋਈ ਬੋਲ ਕਬੋਲ ਨਾ ਬੋਲ ਦੇਈਂ ਕਿ ਤੁਹਾਡਾ ਆਪ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੀ ਪੈ ਜੇ। ਅੱਗੋਂ ਮਹਿਤਾ ਕਾਲੂ ਜੀ ਵੀ ਸੁਭਾਅ ਦੇ ਤਲਕ ਹਨ, ਤੁਸੀਂ ਵੀ ਸੁਭਾਅ ਦੇ ਤਲਕ ਹੋ, ਦੋਨੋਂ ਪਟਵਾਰੀ ਹੋ। ਸੋ ਇਸ ਕਰਕੇ ਐਸੀ ਕੋਈ ਗੱਲ ਨਾ ਆਪ ਦੇ ਵਿੱਚ ਕਰਿਓ। ਪਰਮਾਨੰਦ ਤੇ ਆਦ ਭਲੇ ਨਰ ਜਾਣੀਏ। ਹਾਂ, ਫਿਰ ਕਹਿਣ ਲੱਗਿਆ ਦੇਖੋ ਚੌਧਰੀ ਸਾਹਿਬ ਕਹਿੰਦਾ ਪਰਮਾਨੰਦ ਤਾਂ ਹੈ ਭਲਾ ਮਾਨਸ ਆਦਮੀ। ਪਰਮਾਨੰਦ ਜੀ ਤਾਂ ਸੁਭਾਅ ਸਾਧੂ ਸੁਭਾਅ ਸੀ, ਜੈ ਰਾਮ ਜੀ ਦੇ ਪਿਤਾ ਦਾ ਜੀ। ਉਹ ਤਾਂ ਹਨ ਭਲੇ ਪੁਰਸ਼, ਉਹਨਾਂ ਨੂੰ ਭਲਾ ਪੁਰਸ਼ ਜਾਣਨਾ। ਹੋਵਦ ਕਰ ਕਿਨ ਟੁਕਾਓ ਬਚਨ ਮਮ ਮਾਨੀਏ। ਤੋ ਇਸ ਕਰਕੇ ਪਰਮਾਨੰਦ ਜੀ ਦੇ ਵੱਲ ਦੇਖ ਲਈ, ਬੜੇ ਸਿਆਣੇ ਪੁਰਸ਼ ਹਨ, ਸੁਲਝੇ ਹੋਏ ਆਦਮੀ ਨੇ। ਉਹ ਤੇਰੇ ਘਰੇ ਬਰਾਤ ਲੈ ਕੇ ਆ ਰਹੇ ਨੇ, ਇਸ ਕਰਕੇ ਤਲਵੰਡੀ ਕੋ ਕਾਲੂ ਜੋ ਪਟਵਾਰੀਆ। ਤਾਂ ਇਸ ਤਰ੍ਹਾਂ ਕਹਿਣ ਲੱਗੇ ਵੀ ਮੈਂ ਸੁਣਿਆ। ਹੁਣ ਚੌਧਰੀ ਕਹਿੰਦਾ ਜਿਹੜਾ ਰਾਏ ਭੋਏ ਦੀ ਤਲਵੰਡੀ ਦੇ ਰਾਏ ਬੁਲਾਰ ਦਾ ਪਟਵਾਰੀ ਹੈ ਮਹਿਤਾ ਕਾਲੂ ਜੀ, ਉਹਦੇ ਬਾਰੇ ਮੈਂ ਸੁਣਿਆ ਹੈ। ਤੁਝੇ ਸਰੀਖੋ ਸੁਨਿਓ ਸੋ ਬੋਲ ਵਿਗਾਰੀਆ। ਉਹ ਵੀ ਇਹ ਮੂਲ ਚੰਦ ਜੀ ਤੇਰੇ ਵਰਗੇ ਹੀ ਬੋਲ ਪੜਾਕ ਹੈ, ਤੇਰੇ ਵਾਂਗੂ ਮਿੰਟ 'ਚ ਉਹ ਵੀ ਸੁਭਾਅ ਤੱਤਾ ਹੋ ਜਾਂਦਾ ਉਹਨਾਂ ਦਾ ਵੀ। ਇਸ ਕਰਕੇ ਉਹ ਵੀ ਬੋਲ ਕਬੋਲ ਬੋਲ ਲੈਂਦੇ ਨੇ ਕਈ ਵਾਰੀ ਸੁਭਾਅ ਮੁਤਾਬਕ। ਤੇਰਾ ਵੀ ਐਸਾ ਹੀ ਸੁਭਾਅ ਹੈ, ਇਸ ਕਰਕੇ ਧਿਆਨ ਰੱਖਣਾ। ਸਮਤਾ ਕਰੋ ਨਾ ਕੈਸੇ ਸੇਵਾ ਕੀਜੀਏ। ਹਾਂ, ਇਸ ਕਰਕੇ ਉੱਥੇ ਮੁਕਾਬਲੇ ਨਹੀਂ ਹੁਣ ਕਰਨੇ ਬਣਦੇ। ਹੁਣ ਮੂਲ ਚੰਦ ਜੀ ਨੇ ਕਿਹਾ ਸੀ ਨਾ ਚੌਧਰੀ ਜੀ ਤੁਸੀਂ ਨਾਲ ਚੱਲੋ, ਉਧਰ ਤਾਂ ਬਹੁਤ ਰਸੂਖਦਾਰ ਬੰਦੇ ਆਏ ਨੇ ਬਰਾਤ ਦੇ ਵਿੱਚ, ਆਪਾਂ ਵੀ ਉਹਨਾਂ ਦੀ ਬਰਾਬਰੀ ਕਰੀਏ। ਹੁਣ ਚੌਧਰੀ ਸਿਆਣਾ ਸੀ, ਚੌਧਰੀ ਸਾਹਿਬ ਜੀ ਸਮਝਾ ਰਹੇ ਨੇ ਮੂਲ ਚੰਦ ਜੀ, ਇੱਥੇ ਕੋਈ ਬਰਾਬਰਤਾ ਜਾਂ ਸ਼ਰੀਕੇਬਾਜ਼ੀ ਕਰਨ ਵਾਲੀ ਤਾਂ ਗੱਲ ਨਹੀਂ ਬਣਦੀ ਕੋਈ। ਤੇਰੇ ਘਰ ਰਿਸ਼ਤੇਦਾਰ ਆਏ ਨੇ, ਸਾਰੇ ਤੇਰੇ ਰਿਸ਼ਤੇਦਾਰ ਨੇ, ਇਸ ਕਰਕੇ ਤੇਰਾ ਫਰਜ਼ ਬਣਦਾ ਉਹਨਾਂ ਦੀ ਸੇਵਾ ਕਰਨਾ। ਹੁਣ ਉੱਥੇ ਇੱਕ ਦੂਏ ਨੂੰ ਨੀਵਾਂਪਨ ਦਿਖਾਉਣ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਚੌਧਰੀ ਜੀ ਨੇ ਮੂਲ ਚੰਦ ਜੀ ਨੂੰ ਸਮਝਾਇਆ। ਹੋ ਸਹਿਕਰ ਤਿਨਕੇ ਬਚਨ ਬਿਨਿਤ ਭਣੀਜੀਏ। ਸੋ ਇਸ ਕਰਕੇ ਬਾਈ ਚਾਂਸ ਕਹਿਣ ਲੱਗੇ, ਜੇਕਰ ਖੁਦਾ ਨਾ ਵਾਸਤਾ, ਜੇਕਰ ਮਹਿਤਾ ਕਾਲੂ ਜੀ ਕਿਸੇ ਗੱਲ ਨੂੰ ਲੈ ਕੇ ਕੋਈ ਬੋਲ ਕਬੋਲ ਬੋਲ ਵੀ ਲੈਂਦੇ ਨੇ, ਤੂੰ ਸਹਿ ਲਵੀਂ, ਆਪਾਂ ਲੜਕੀ ਵਾਲੇ ਹਾਂ। ਕਾਰਜ ਨਾ ਵਿਗਾੜ ਲਈ ਕਿਸੇ ਗੱਲ ਨੂੰ ਲੈ ਕੇ, ਇਸ ਕਰਕੇ ਚੁੱਪ ਕਰਕੇ ਆਪਣੀ ਲੜਕੀ ਦਾ ਖੁਸ਼ੀ ਖੁਸ਼ੀ ਕਾਰਜ ਕਰੇ। ਇਸ ਤਰ੍ਹਾਂ ਚੌਧਰੀ ਜੀ ਲੱਗੇ ਕਹਿਣ, ਹਿਤ ਬਰਾਤ ਕੋਚ ਹੋ ਸੋ ਮੋਤੇ ਲੀਜੀਏ। ਹਾਂ, ਜੋ ਕੁਝ ਤੈਨੂੰ ਬਰਾਤ ਵਾਸਤੇ ਸੇਵਾ ਵਾਸਤੇ ਚਾਹੀਦਾ ਹੈ ਉਹ ਸਾਡੇ ਪਾਸੋਂ ਲੈ ਲਵਿਓ, ਲੈ ਲਵੀਂ। ਹਾਂਜੀ, ਅਸਨ ਬਸਨ ਧਨ ਮਾਲ ਨਾ ਸ਼ੰਕਾ ਕੀਜੀਏ। ਹਾਂ, ਕਿਸੇ ਗੱਲ ਦਾ ਸ਼ੰਕਾ ਨਾ ਕਰੀ, ਕਿਸੇ ਗੱਲ ਦੀ ਮਨ ਵਿੱਚ ਕਮੀ ਨਾ ਰੱਖੀ।
ਕੱਪੜਾ, ਪਦਾਰਥ, ਅੰਨ ਪਾਣੀ ਜੋ ਵੀ ਤੈਨੂੰ ਚਾਹੀਦਾ ਹੋਇਆ, ਬਿਨਾਂ ਸੰਕੋਚ ਤੋਂ। ਅਜਿੱਤੇ ਰੰਧਾਵੇ ਦੀ ਤੇਰੇ ਨਾਲ ਡਿਊਟੀ ਲਾਈ ਹੋਈ ਹੈ, ਬਿਨਾਂ ਸੰਕੋਚ ਤੋਂ ਜੋ ਵੀ ਤੈਨੂੰ ਚਾਹੀਦਾ ਹੈ, ਉਹ ਲੈ ਲਵੀਂ। ਜੋ ਸ਼ੋਭਾ ਤਿਨ ਕੀਨ ਆਪ ਅਧਿਕ ਹੈ ਕਰੋ। ਹਾਂ, ਜਿਵੇਂ ਵੀ ਆਪਣੇ ਮਨ ਭਾਉਂਦੀਆਂ ਕਰੋ, ਬੜਾ ਖੁਸ਼ੀ ਦੇ ਨਾਲ, ਚਾਅ ਲਾਡ ਦੇ ਨਾਲ, ਪ੍ਰੇਮ ਦੇ ਨਾਲ ਆਪਣੇ ਕਾਰਜਾਂ ਨੂੰ ਕਰੋ। ਕਿਸੇ ਗੱਲ ਦਾ ਮਨ ਵਿੱਚ ਰੋਸ ਨਹੀਂ ਕਰਨਾ, ਆਪਣੇ ਮਨ ਨੂੰ ਦੁਖੀ ਨਹੀਂ ਕਰਨਾ, ਮਨ ਨੂੰ ਕਲਪਾਉਣਾ ਨਹੀਂ। ਇਸ ਤਰ੍ਹਾਂ ਚੌਧਰੀ ਸੀ ਸਿਆਣਾ, ਉਹਨੇ ਐਸੀ ਸਿੱਖਿਆ ਦਿੱਤੀ। ਹੋ ਉਰ ਉਦਾਰ ਧਾਰ ਕ੍ਰਿਨਬਤਾ ਪਹਿਰੋ। ਤਾਂ ਇਸ ਕਰਕੇ ਆਪਣੇ ਮਨ ਵਿੱਚ ਦਇਆ ਧਾਰ ਕੇ, ਪਰਉਪਕਾਰ ਧਾਰ ਕੇ, ਮਨ ਵਿੱਚੋਂ ਕੰਜੂਸੀ ਨੂੰ ਛੱਡ ਕੇ, ਜੋ ਵੀ ਜਿਵੇਂ ਵੀ ਸ਼ੋਭਾ ਪਾਉਣ ਦੀ ਹੋਵੇ ਗੱਲ, ਉਸ ਤਰ੍ਹਾਂ ਕਰੋ। ਭਾਵ ਕਹਿਣ ਦਾ ਇਹ ਹੈ ਕਿ ਬੜੇ ਸਰਲ ਔਰ ਨਿੱਘੇ ਸੁਭਾਅ ਦੇ ਨਾਲ ਸਾਰੇ ਕਾਰਜ ਕਰੋ। ਕਿਸੇ ਪ੍ਰਕਾਰ ਦੀ ਕੰਜੂਸੀ ਨਹੀਂ ਕਰਨੀ, ਕਿਸੇ ਪ੍ਰਕਾਰ ਦੀ ਤਲਕਾਈ ਨਹੀਂ ਦਿਖਾਉਣੀ, ਕਿਸੇ ਪ੍ਰਕਾਰ ਦਾ ਕਾਰਜ ਨਾ ਵਿਗੜੇ, ਕੋਈ ਐਸੀ ਗਲਤੀ ਨਹੀਂ ਕਰਨੀ। ਇਸ ਤਰ੍ਹਾਂ ਚੌਧਰੀ ਜੀ ਨੇ ਸਿਆਣੀ ਗੱਲ ਸਮਝਾਈ। ਮਨ ਕਹਿ ਬੈਨ ਕੋ ਮਾਨਵ ਲੈ ਸੰਗ ਲੈਨ। ਸੋ ਇਸ ਤਰ੍ਹਾਂ ਕਰਕੇ ਹੁਣ ਬਚਨ ਮੰਨ ਕੇ ਮੂਲ ਚੰਦ ਪਟਵਾਰੀ ਜੀ ਤੁਰੇ, ਨਾਲ ਅਰਜਿਤਾ ਰੰਧਾਵਾ ਹੈ, ਆਪਣੇ ਸਾਕ ਸੰਬੰਧੀਆਂ ਨੂੰ ਨਾਲ ਲੈ ਕੇ ਬਰਾਤ ਦਾ ਸਵਾਗਤ ਕਰਨ ਵਾਸਤੇ ਤੁਰੇ ਹਨ। ਬਰਾਤ ਚਲਾ ਅਗਵਾਨੀ। ਤਾਂ ਬਰਾਤ ਦੇ ਮੂਹਰੋਂ ਦੀ, ਜਿਵੇਂ ਕਹਿ ਲਈ ਵੀ ਬਰਾਤ ਆ ਗਈ, ਸਾਰਾ ਪਰਿਵਾਰ ਮੂਹਰੇ ਦੀ ਹੋ ਕੇ ਖੜ ਕੇ ਸਵਾਗਤ ਕਰਦਾ ਹੈ, ਇਸ ਪ੍ਰਕਾਰ ਤੁਰੇ ਹਨ। ਬੀਪਨ ਬਾਹਜ ਬੈਸਨ ਸੁਧਨ ਬ੍ਰਿਧ ਭਏ ਸ਼ੁਭ ਬੋਲਤ ਬਾਨੀ। ਸੋ ਇਸ ਤਰ੍ਹਾਂ ਕਰਕੇ ਜਾਤ ਪਾਤ ਦਾ ਤਾਂ ਕੋਈ ਖਿਆਲ ਹੀ ਨਹੀਂ ਸੀ, ਸਾਰੀਆਂ ਜਾਤਾਂ ਦੇ ਲੋਕ ਸਨ ਉੱਥੇ। ਸਾਰਾ ਪਿੰਡ ਇਕੱਠਾ ਹੋ ਕੇ ਬਰਾਤ ਦੇਖਣ ਵਾਸਤੇ ਆਇਆ। ਸਾਰੇ ਬੜਾ ਚੰਗੇ ਚੰਗੇ ਆਪਣੇ ਜਵਾਨ ਤੋਂ ਸ਼ੁਭ ਬਚਨ ਬੋਲ ਰਹੇ ਸਨ ਸਾਰੇ। ਯੋਗ ਕੋ ਨੇਗ ਲਏ ਸਬਹੀ ਨਿਕਸੇ ਨਗਰੀ ਤੇ ਉਮੰਗ ਹੈ ਠਾਨੀ। ਤਾਂ ਇਸ ਕਰਕੇ ਗਰੀਬ ਗਰੂਬੇ ਵਿਚਾਰੇ ਮਨ ਵਿੱਚ ਬੜੀ ਆਸ ਰੱਖ ਕੇ ਆਏ ਵੀ ਸੁਣਿਆ ਵੀ ਪਿਛਲੇ ਨਗਰਾਂ 'ਚ ਬਹੁਤ ਪੁੰਨਦਾਨ ਕਰਦੇ ਆਏ ਨੇ, ਔਰ ਜੋ ਇਹਨਾਂ ਦੇ ਪੁੱਤਰ ਹਨ ਮਹਿਤਾ ਕਾਲੂ ਜੀ ਦੇ, ਉਹ ਬੜਾ ਉਹਨਾਂ ਦਾ ਦਾਨੀ ਸੁਭਾਅ ਹੈ, ਇਸ ਕਰਕੇ ਬੜਾ ਦਾਨ ਪੁੰਨ ਕਰਨਗੇ। ਇਸ ਕਰਕੇ ਗਰੀਬ ਲੋਕ ਵਿਚਾਰੇ ਧਨ ਦੀ ਮਨ ਵਿੱਚ ਲਾਲਸਾ ਕਰਕੇ ਵੱਡੀ ਭੀੜ ਇਕੱਠੀ ਹੋ ਕੇ ਆਈ। ਦੰਕ ਦਮਾਮ ਘਾਵ ਪਰੇ ਇਨ ਰੀਤੀ ਬਿਲੋਕ ਬਰਾਤ ਜੁੜਾਈ। ਉਸ ਵੇਲੇ ਦੇ ਰੀਤੀ ਰਿਵਾਜਾਂ ਅਨੁਸਾਰ ਢੋਲ ਵੱਜ ਰਹੇ ਹਨ, ਔਰ ਬਰਾਤ ਜੋ ਹੈ ਉਹ ਲੈਣ ਵਾਸਤੇ ਜਿਹੜੇ ਉਹ ਸਾਕ ਸੰਬੰਧੀ ਮੂਲ ਚੰਦ ਜੀ ਦੇ ਤੁਰੇ ਹਨ। ਹੋਤ ਭਇਓ ਸਮਤੀਨ ਕੋ ਮੇਲ ਨਿਛਾਵਰ ਕੀਨ ਉਬੈ ਸੁਖ ਮਾਨੀ। ਹੁਣ ਜਦੋਂ ਸਾਕ ਸੰਬੰਧੀ ਇਕੱਠੇ ਹੋ ਕੇ ਮੂਹਰੇ ਹੋ ਕੇ ਖੜ ਜਾਂਦੇ ਨੇ, ਨੀਦਾ ਪੰਡਤ ਜੀ ਫੇਰ ਜਾਂਦਾ ਹੈ ਮਹਿਤਾ ਕਾਲੂ ਜੀ ਇਹਨਾਂ ਦੇ ਕੋਲੇ ਜਾ ਕੇ ਕਹਿੰਦਾ ਜੀ ਉਹਨਾਂ ਨੇ ਤਿਆਰੀ ਕਰ ਲਈ ਹੈ। ਤਾਂ ਫਿਰ ਉਸੇ ਵੇਲੇ ਮਹਿਤਾ ਕਾਲੂ ਜੀ, ਪਰਮਾਨੰਦ ਜੀ ਹਾਥੀਆਂ ਤੇ ਸਵਾਰ ਹੋ ਕੇ ਸਾਰੀ ਬਰਾਤ ਫਿਰ ਉਸੇ ਤਰ੍ਹਾਂ ਸੱਜ ਭੱਜ ਕੇ ਤੁਰ ਜਾਂਦੀ ਹੈ, ਔਰ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਮੂਲ ਚੰਦ ਪਟਵਾਰੀ ਜੀ ਬਰਾਤ ਦਾ ਸਵਾਗਤ ਕਰਨ ਵਾਸਤੇ ਖੜੇ ਹਨ। ਸਾਦਰ ਸੋ ਕੁਲ ਰੀਤ ਕਰੀ ਭਲ ਪ੍ਰੀਤ ਬੜੀ ਨਾ ਕਿਸੀ ਮਨਨ ਹਾਨੀ। ਹੋਤ ਪਿਓ ਸਮਧੀਨ ਕੋ ਮੇਲ ਨਿਛਾਬਰ ਕੀਨ ਉਬੈ ਸੁਖ ਮਾਨੀ। ਹੁਣ ਦੋਨਾਂ ਦਾ ਆਪ ਦੇ ਵਿੱਚ ਕੁੜਮਾਈ ਹੋਣ ਲੱਗੀ ਹੈ, ਭਾਵ ਜਿਵੇਂ ਆਪਾਂ ਮਿਲਣੀਆਂ ਕਹਿ ਦਿੰਦੇ ਨੇ, ਉਹ ਜਿਹੜੇ ਇਸ ਤਰ੍ਹਾਂ ਬੇਦੀ ਕੁਲ ਦੀ ਰੀਤ ਸੀ, ਉਹ ਆਪ ਦੇ ਵਿੱਚ ਹਾਰ ਪਾਉਂਦੇ ਸੀ ਇੱਕ ਦੂਏ ਦੇ। ਹੁਣ ਵੀ ਜਿਹੜੇ ਸ਼ਹਿਰੀ ਹਨ ਨਾ, ਖੱਤਰੀ ਪਰਿਵਾਰ ਨੇ, ਉਹਨਾਂ ਦਾ ਹੁਣ ਵੀ ਇਹੀ ਹੈ ਵੀ ਜਦੋਂ ਬਰਾਤ ਆਉਂਦੀ ਹੈ ਆਪ ਦੇ ਵਿੱਚ ਜਿਹੜੇ ਆਪਣੇ ਆਪਣੇ ਤਾਂ ਬਹੁਤ ਕੰਬਲਾਂ ਤੇ ਵਡਿਆਈਆਂ, ਗੁੱਠੀਆਂ ਗਾਠੀਆਂ, ਇਸ ਤਰ੍ਹਾਂ ਕੁੜਮਾਈ ਹੁੰਦੀ ਹੈ ਨਾ, ਉਹ ਨਹੀਂ ਇਹ ਕੁਛ ਕਰਦੇ। ਉਹ ਇੱਕ ਦੂਏ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾਉਂਦੇ ਨੇ। ਕੁੜਮ ਕੁੜਮ ਦੇ ਪਾਊਗਾ, ਫੁੱਫੜ ਫੁੱਫੜ ਦੇ ਪਾਊਗਾ, ਮਾਮਾ ਮਾਮੇ ਦੇ ਪਾਊਗਾ, ਉਹ ਗਲ ਦੇ ਵਿੱਚ ਹਾਰ ਪਾਉਂਦੇ ਨੇ। ਉਹਨਾਂ ਦੀ ਇਹੀ ਕੁੜਮਾਈ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਦੋਨੋਂ ਪਰਿਵਾਰਾਂ ਦੀ ਆਪ ਦੇ ਵਿੱਚ ਕੁੜਮਾਈ ਹੋਣ ਲੱਗੀ। ਸਾਦਰ ਸੋ ਕੁਲ ਰੀਤ ਕਰੀ ਭਲ ਪ੍ਰੀਤ ਬੜੀ ਨਾ ਕਿਸੀ ਮਨ ਮਹਾਨੀ। ਤਾਂ ਇਸ ਪ੍ਰਕਾਰ ਬੜੇ ਸਤਿਕਾਰ ਦੇ ਨਾਲ ਸਾਰੀਆਂ ਰੀਤੀ ਰਿਵਾਜ ਰਸਮਾਂ ਨਿਭਾਈਆਂ ਗਈਆਂ।
ਦੋਨੋਂ ਪਰਿਵਾਰ ਆਪਸ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਮਿਲੇ। ਸੋ ਇਸ ਤਰ੍ਹਾਂ ਕਰਕੇ ਇੱਕ ਦੂਏ ਦਾ ਸਤਿਕਾਰ ਲੱਗੇ ਕਰਨ ਔਰ ਸਾਰੇ ਬੜੇ ਖੁਸ਼ ਹਨ। ਹਾਂਜੀ। ਲੋਚਨ ਸੋ ਅਵਿਲੋਕਤ ਦੁਲਹੋ ਮੂਲੇ ਕੋ ਤਨ ਹੀ ਧਨ ਬਖਾਨੀ। ਹੁਣ ਮੂਲ ਚੰਦ ਪਟਵਾਰੀ ਜੀ ਆਪਣੇ ਨੇਤਰਾਂ ਦੇ ਨਾਲ ਦਰਸ਼ਨ ਕਰਦੇ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ। ਮਹਾਰਾਜ ਜੀ ਦੇ ਚਿਹਰੇ ਤੇ ਸਿਹਰਾ ਸੋਭ ਰਿਹਾ ਹੈ, ਬੜੀ ਵਿਲੱਖਣਤਾ ਹੈ। ਔਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੇਖ ਕੇ ਮੂਲ ਚੰਦ ਜੀ ਆਪਣੇ ਮਨ ਵਿੱਚ ਸੋਚਦੇ ਨੇ, ਮੈਂ ਵੱਡੇ ਭਾਗਾਂ ਵਾਲਾ, ਕਿਸਮਤ ਵਾਲਾ ਹਾਂ, ਮੇਰੀ ਲੜਕੀ ਵਾਸਤੇ ਐਸਾ ਯੋਗ ਵਰ ਸਾਨੂੰ ਪ੍ਰਾਪਤ ਹੋਇਆ ਹੈ। ਭਾਗਨ ਪੂਰਨ ਕੋ ਇਹ ਭਾਂਜਨ ਜਾਤੇ ਜਮਾਤਾ ਪਇਓ ਗੁਣ ਖਾਨੀ। ਹਾਂ, ਕਹਿਣ ਲੱਗੇ ਜਿਹੜਾ ਇਹ ਮੇਰਾ ਜਵਾਈ ਹੈ ਇਹ ਸਾਰੇ ਗੁਣਾਂ ਵਿੱਚ ਬਲਵਾਨ ਹੈ, ਸਾਰੇ ਗੁਣ ਹਨ, ਪਰਉਪਕਾਰੀ ਵੀ ਹੈ, ਵੱਡਾ ਜਸ ਹੈ ਔਰ ਸਾਰੇ ਪਾਸੇ ਦੀ ਕੀਰਤੀ ਹੈ, ਸੋਭਾ ਪਾਉਂਦਾ ਹੈ, ਬੜੀ ਸਾਰੇ ਪਾਸੇ ਸੋਭਾ ਹੁੰਦੀ ਹੈ। ਇਸ ਤਰ੍ਹਾਂ ਮੂਲ ਚੰਦ ਜੀ ਆਪਣੇ ਜੋ ਜਮਾਈ ਹਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਸ਼ੁਭ ਗੁਣਾਂ ਨੂੰ ਯਾਦ ਕਰਕੇ ਮਨ ਵਿੱਚ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਨ। ਹਾਂਜੀ। ਮਿਲ ਕਰ ਦੋਹ ਦਿਸ਼ ਪਰਸਪਰ ਸਰਸਤ ਹਰਖਤ ਹੋਏ। ਹੁਣ ਦੋਵਾਂ ਪਾਸੇ ਤੋਂ ਪਰਿਵਾਰ ਮਿਲ ਕੇ ਬੜੇ ਖੁਸ਼ ਹੁੰਦੇ ਹਨ ਔਰ ਫਿਰ ਦੋਨੋਂ ਉਹਨਾਂ ਨੇ ਕਿਹਾ ਮੂਲ ਚੰਦ ਜੀ ਨੇ ਕਿ ਚਲੋ ਨਗਰ ਵਿੱਚ ਚਲੋ। ਤਾਂ ਹੁਣ ਫਿਰ ਸਾਰੀ ਬਰਾਤ ਨਗਰ ਵੱਲ ਤੁਰ ਪਈ। ਗਮਨੇ ਨਗਰੀ ਕੋ ਬੋਹਰ ਚਹਤ ਕਰਿਓ ਅਬਟੋਏ। ਹੁਣ ਢੋਲ ਢਮੱਕੇ ਵੱਜਣ ਲੱਗ ਪਏ, ਸਾਰੀ ਨਗਰੀ ਦੇ ਲੋਕ ਆਪਣੇ ਕੋਠਿਆਂ ਦੇ ਖੜੇ ਹੋ ਕੇ ਦੇਖਣ ਲੱਗ ਪਏ। ਸਾਰੇ ਪਾਸੇ ਵੱਡਾ ਆਨੰਦ ਵਰਤ ਰਿਹਾ ਹੈ। ਹਾਂਜੀ, ਪੜੋ। ਗਜ ਗਾਜਤ ਸਾਜ ਸਜੇ ਸਭ ਹੀ ਧੁਨ ਘੰਟਨ ਕੀ ਉਠਹੀ ਬੜ ਘੋਰਾ ਅਸ ਹਿੰਸਤ ਜਨ ਜਰਾਵ ਜਰੇ ਅਵਨੀ ਖੁਰਬਾਜ ਰਹੇ ਚਹੁ ਓਰਾ। ਸੋ ਇਸ ਪ੍ਰਕਾਰ ਹਾਥੀ ਜਿਹੜੇ ਸਨ ਸਜਾਏ ਗਏ, ਹਾਥੀਆਂ ਦੇ ਗਲਾਂ ਵਿੱਚ ਵੱਡੇ ਵੱਡੇ ਘੰਟੇ ਹਨ, ਉਹ ਵੱਜ ਰਹੇ ਨੇ। ਅਸ ਹਿੰਸਤ ਜੀਨ ਜਰਾਵ ਜਰੇ, ਘੋੜਿਆਂ ਦੇ ਉੱਪਰ ਸੁੰਦਰ ਕਾਠੀਆਂ ਪਾਈਆਂ ਹੋਈਆਂ ਨੇ, ਸ਼ੋਭਾ ਪਾ ਰਹੇ ਹਨ ਘੋੜੇ ਵੀ। ਸੋ ਇਸ ਤਰ੍ਹਾਂ ਕਰਕੇ ਉਹਨਾਂ ਦੇ ਪੈਰਾਂ ਦੇ ਵਿੱਚ ਘੁੰਗਰੂ ਪਾਏ ਨੇ, ਉਹਨਾਂ ਕਰਕੇ ਬੜੀ ਖੜਾਕ ਹੁੰਦੀ ਹੈ। ਇਸ ਤਰ੍ਹਾਂ ਕਰਕੇ ਕਵੀ ਜੀ ਉਪਮਾ ਕਰਦੇ ਨੇ, ਰਥ ਜਾਤ ਚਲੇ ਛਨ ਕੈ ਘੁੰਗਰੂ ਪੁਨ ਚੱਕਰਨ ਕੋ ਖਰਕਾਨੈ ਥੋਰਾ ਡਫ ਢੋਲ ਦਮਾਮਨ ਡੰਕ ਲਗੇ ਪਰ ਆਪਨ ਕੋ ਨਾ ਸੁਨੈ ਵੱਡ ਸੋਰਾ। ਕੰਨ 'ਚ ਭਾਈ ਗੱਲ ਨਹੀਂ ਸੀ ਸੁਣਦੀ। ਕਹਿਣ ਲੱਗੇ ਜਿਹੜੇ ਰਥ ਸਨ ਤੇ ਰਥਾਂ ਦੇ ਜਿਹੜੇ ਬਲਦ ਸਨ, ਉਹਨਾਂ ਦੇ ਵੀ ਗਲਾਂ ਦੇ ਵਿੱਚ ਛੋਟੀ ਛੋਟੀ ਟੱਲੀਆਂ ਜਿਹੀਆਂ ਪਾਈਆਂ ਹੁੰਦੀਆਂ, ਉਹਨਾਂ ਦੀ ਕਨਕੋਰ ਵੱਡੀ ਸੀ ਔਰ ਵੱਡੇ ਢੋਲ ਦਮਾਮੇ ਵੱਜ ਰਹੇ ਸਨ। ਇਸ ਤਰ੍ਹਾਂ ਕਰਕੇ ਇੰਨਾ ਸ਼ੋਰ ਸੀ ਕਿ ਕੰਨ ਵਿੱਚ ਭਾਈ ਗੱਲ ਨਹੀਂ ਸੀ ਸੁਣਦੀ। ਸੋ ਇਸ ਤਰ੍ਹਾਂ ਭਾਈ ਬਾਲਾ ਜੀ ਸੁਣਾ ਰਹੇ ਨੇ ਵੀ ਜਿਸ ਵੇਲੇ ਬਰਾਤ ਆਈ ਉਸ ਵੇਲੇ ਇਸ ਤਰ੍ਹਾਂ ਦਾ ਮਾਹੌਲ ਸੀ। ਹਾਂਜੀ, ਪੜੋ। ਏਕ ਮਤੰਗ ਪੈ ਲਾਲੂ ਅਰੁੜ ਕਰੇ ਬਖਾਨਾ ਧਨ ਕੀ ਮਨ ਭਾਈ। ਸੋ ਇਸ ਪ੍ਰਕਾਰ ਧਿਆਨ ਨਾਲ ਪੜੋ। ਏਕ ਮਤੰਗ ਪੈ ਲਾਲੂ ਅਰੁੜ ਕਰੇ ਬਖਾਨਾ ਧਨ ਕੀ ਮਨ ਭਾਈ। ਹੁਣ ਇੱਕ ਹਾਥੀ ਦੇ ਉੱਪਰ ਸਵਾਰ ਹਨ ਮਹਿਤਾ ਲਾਲੂ ਜੀ, ਮਹਿਤਾ ਕਾਲੂ ਜੀ ਤੇ ਉਹਨਾਂ ਦੇ ਭਰਾ ਲਾਲੂ ਜੀ, ਔਰ ਇੱਕ ਹਾਥੀ ਦੇ ਸਵਾਰ ਹਨ ਪਰਮਾਨੰਦ ਜੀ। ਗਰੀਬ ਗਰੂਬਿਆਂ ਨੂੰ ਉੱਤੋਂ ਹੀ ਬੜਾ ਧਨ ਨਿਸ਼ਬਰ ਕਰ ਰਹੇ ਹਨ। ਏਕ ਮਤੰਗ ਪੈ ਲਾਲੂ ਅਰੂੜ ਕਰੇ ਬਰਖਾ ਧਨ ਕੀ ਮਨ ਭਾਈ ਦੂਸਰ ਪੈ ਚੜ ਤਾਤ ਜੈ ਰਾਮ ਕੋ। ਹੁਣ ਜੈ ਰਾਮ ਜੀ ਦਾ ਪਿਤਾ ਸੀ ਪਰਮਾਨੰਦ ਜੀ। ਹੀਨ ਬਿਲੰਬ ਭਲੇ ਵਰਖਾਈ, ਬਿਨਾਂ ਸੰਕੋਚ ਤੋਂ ਬੜਾ ਧਨ ਪਦਾਰਥ ਉੱਪਰ ਦੀ ਵਾਰ ਰਹੇ ਹਨ। ਹਾਂਜੀ, ਪੜੋ। ਦੂਸਰ ਪੈ ਚੜ ਤਾਤ ਜੈ ਰਾਮ ਕੋ ਹਨ ਬਿਲੰਬ ਭਲੇ ਵਰਖਾਈ। ਹੁਣ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ ਵੀ ਇਸੇ ਪ੍ਰਕਾਰ ਬੜਾ ਧਨ ਪਦਾਰਥ ਲੁਟਾ ਰਹੇ ਹਨ। ਮੇਘ ਕੀ ਰੀਤ ਸੁਹਾਏ ਦੋ ਤਬ ਨੀਚ ਊਚ ਵਿਚਾਰ ਨਾ ਕਾਈ। ਤਾਂ ਇਸ ਪ੍ਰਕਾਰ ਮਾਨੋ ਕਿ ਧਨ ਦੀ ਵਰਖਾ ਹੋਣ ਲੱਗ ਪਈ। ਮੇਘ ਕੀ ਰੀਤ
ਸੁਹਾਏ ਦੋ ਦੋਨੋਂ ਹੀ, ਮਹਿਤਾ ਕਾਲੂ ਜੀ ਵੀ ਔਰ ਪਰਮਾਨੰਦ ਜੀ ਵੀ, ਸੋ ਦੋਨੋਂ ਹੀ ਬੜੀ ਧਨ ਦੀ ਵਰਖਾ ਕਰ ਰਹੇ ਹਨ। ਤਬ ਨੀਚ ਔਰ ਊਚ ਵਿਵਹਾਰ ਨਾ ਕਾਈ, ਕਿਸੇ ਦੇ ਵੀ ਪੱਖਪਾਤ ਨਹੀਂ ਰੱਖਿਆ ਜਾਂਦਾ, ਬੜਾ ਪ੍ਰੇਮ ਦੇ ਨਾਲ ਬੜੇ ਦਾਨ ਪੁੰਨ ਕਰ ਰਹੇ ਹਨ। ਕੀਰਤ ਯੋਂ ਬਿਸਤੀਰਤ ਹੈ ਜਨ, ਪੂਰਨ ਚੰਦ ਲੈ ਜੌਨ ਸੀ ਛਾਈ। ਸੋ ਇਸ ਪ੍ਰਕਾਰ ਸਾਰੇ ਪਾਸੇ ਪੁੰਨਿਆਂ ਦੇ ਚੰਦਰਮਾ ਵਾਂਗ ਸਾਰੇ ਪਾਸੇ ਜਸ ਜੋ ਹੈ ਫੈਲ ਰਿਹਾ ਹੈ। ਰੰਗ ਸੁਰੰਗ ਹੈ ਮੇਲ ਸੁਗੰਧ ਹੈ, ਹਾਂ ਦੁਆਰੇ ਪੜੋ। ਰੰਗ ਸੁਰੰਗ ਹੈ ਮੇਲ ਸੁਗੰਧ ਹੈ, ਪ੍ਰੀਤ ਸਪ੍ਰੀਤ ਹੈ ਲੇਕਟ ਨਾਰੀ। ਹੁਣ ਮਾਨੋ ਭਾਈ ਬਾਲਾ ਜੀ ਦੱਸਦੇ ਨੇ ਕਿ ਨਰ ਨਾਰੀਆਂ ਦਾ ਰੂਪ ਧਾਰਨ ਕਰਕੇ ਦੇਵਤੇ ਆ ਗਏ, ਔਰ ਦੇਵਤੇ ਬੜੇ ਪ੍ਰੇਮ ਦੇ ਨਾਲ ਫੁੱਲਾਂ ਦੀ ਵਰਖਾ ਲੱਗ ਪਏ ਕਰਨ, ਸੁਗੰਧੀ ਵਾਲੀ ਵਸਤੂਆਂ ਦੀ ਵਰਖਾ ਲੱਗ ਪਏ ਕਰਨ ਸਾਰੀ ਬਰਾਤ ਦੇ ਉੱਪਰ, ਔਰ ਬੜੇ ਗੁਣਗਾਨ ਗਾ ਰਹੇ ਹਨ। ਚੰਦ ਮੁਖੀ ਸੁਖ ਕੰਦ ਬਿਲੋਕ, ਆਨੰਦ ਭਰੀ ਪਟ ਭਾਗਤ ਚਾਰੀ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੁਖੜੇ ਨੂੰ ਦੇਖ ਕੇ ਸਾਰੇ ਬਲਿਹਾਰ ਜਾਂਦੇ ਨੇ, ਬੜੀ ਸ਼ੋਭਾ ਪਾਉਂਦੇ ਨੇ। ਇਸ ਪ੍ਰਕਾਰ ਸਾਰੇ ਖੁਸ਼ ਹੁੰਦੇ ਨੇ, ਨਾਲੇ ਫੁੱਲ ਬਰਖਾਉਂਦੇ ਨੇ, ਨਾਲੇ ਜੈ ਜੈਕਾਰ ਕਰ ਰਹੇ ਹਨ। ਲਾਲ ਗੁਲਾਲ ਵਿਸ਼ਾਲ ਕੋ, ਬਾਲ ਗੁਲਾਬ ਮਿਲਾਏ ਬਰਾਤ ਪੈਡਾਰੀ। ਇਸ ਪ੍ਰਕਾਰ ਬਹੁਤ ਮਾਈ ਭਾਈ ਮੂਲ ਚੰਦ ਜੀ ਨੇ ਸਤਕਾਰ ਵਾਸਤੇ ਬਹੁਤ ਸੁਗੰਧੀਆਂ ਵਾਲੀਆਂ ਵਸਤੂਆਂ, ਈਤਰ ਗੁਲਾਬ ਜਲ ਛਿੜਕਣ ਵਾਸਤੇ ਲਾਏ ਸਨ। ਸਾਰੀ ਬਰਾਤ ਦੇ ਉੱਪਰ ਫੁੱਲਾਂ ਦੀ ਵਰਖਾ ਹੋ ਰਹੀ ਹੈ। ਈਤਰ ਇੰਨਾ ਛਿੜਕਿਆ ਗਿਆ, ਇੰਨਾ ਸੈਂਟ ਛਿੜਕਿਆ ਗਿਆ, ਮਾਨੋ ਗਲੀ ਦੇ ਵਿੱਚ ਗਾਰ ਹੋ ਗਿਆ। ਇਸ ਤਰ੍ਹਾਂ ਭਾਈ ਬਾਲਾ ਜੀ ਦੱਸਦੇ ਨੇ ਕਿ ਸਾਰੇ ਕਹਿ ਰਹੇ ਸਨ ਵੀ ਇਹ ਜਿਹੜੇ ਇੰਨਾ ਫੁੱਲਾਂ ਸੁਗੰਧੀ ਹੈ, ਇਹ ਤਾਂ ਦੇਵ ਲੋਕ ਦੇ ਫੁੱਲਾਂ ਦੀ ਸੁਗੰਧੀ ਹੈ। ਇਸ ਤਰ੍ਹਾਂ ਸੋਭਾ ਸਾਰੇ ਕਰ ਰਹੇ ਸਨ। ਇਸ ਤਰ੍ਹਾਂ ਭਾਈ ਬਾਲਾ ਜੀ ਲੱਗੇ ਕਹਿਣ, ਧਾਮਨ ਪੰਕਤ ਪੰਕ ਭਇਓ ਸਭ, ਅੰਕ ਉਮੰਗ ਬਿਲਾਸਤ ਭਾਰੀ। ਹਾਂ, ਧਾਮਨ ਪੰਕਤ ਪੰਕ ਭਿਓ ਸਭ, ਅੰਕ ਉਮੰਗ ਬਿਲਾਸਤ ਭਾਰੀ। ਸੋ ਇਸ ਤਰ੍ਹਾਂ ਕਰਕੇ ਸਾਰੇ ਪਾਸੇ ਗੁਲਾਬ ਹੀ ਗੁਲਾਬ ਜਲ ਛਿੜਕਿਆ ਪਿਆ ਹੈ, ਖੁਸ਼ਬੂ ਖੁਸ਼ਬੂ ਹੋਈ ਪਈ ਹੈ। ਇੰਨਾ ਗੁਲਾਬ ਜਲ ਛਿੜਕਿਆ ਗਿਆ ਕਿ ਗਲੀਆਂ ਵੀ ਗਿੱਲੇ, ਰਾਹ ਵੀ ਗਿੱਲੇ ਹੋ ਗਏ। ਕੱਚੇ ਡੰਡੀਆਂ ਸਨ ਉਸ ਵੇਲੇ, ਕਿਹੜਾ ਪੱਕੀਆਂ ਗਲੀਆਂ ਸੀ। ਮਾਨੋ ਕਿ ਉਹ ਰਾਹ ਦੇ ਵਿੱਚ ਚਿੱਕੜ ਹੋ ਗਿਆ, ਫੁੱਲੇ ਫੁੱਲ ਵਰਸੇ ਪਏ ਨੇ। ਇੰਨਾ ਫੁੱਲ ਔਰ ਅਤਰ ਜਿਹੜਾ ਹੈ, ਇਤਰ ਜਿਹੜਾ ਹੈ ਛਿੜਕਿਆ ਗਿਆ। ਮੂਲੇ ਕੇ ਦਵਾਰ ਟੁਕਾਓ ਕਰਿਓ, ਅਸ ਆਰਤੇ ਹਾਰ ਕੀ ਆਰਤੀ ਤਾਰੀ। ਹੁਣ ਮੂਲ ਚੰਦ ਪਟਵਾਰੀ ਜੀ ਦੇ ਘਰੇ ਸਾਰੀ ਬਰਾਤ ਦਾ ਉਤਾਰਾ ਕੀਤਾ ਗਿਆ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਿਵੇਂ ਲਾੜੇ ਨੂੰ ਮੂਹਰੇ ਕਰਕੇ ਲੈ ਕੇ ਜਾਂਦੇ ਨੇ, ਇਸ ਤਰ੍ਹਾਂ ਮਹਾਰਾਜ ਜੀ ਨੂੰ ਜਦੋਂ ਲੈ ਕੇ ਗਏ, ਉਹ ਸਾਰੇ ਪਰਿਵਾਰ ਨੇ ਉਸ ਵੇਲੇ ਥਾਲ ਲੈ ਕੇ, ਥਾਲ 'ਚ ਦੀਵੇ ਰੱਖ ਕੇ ਆਰਤੀ ਕੀਤੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ। ਇਸ ਤਰ੍ਹਾਂ ਦਾ ਸਤਿਕਾਰ ਕੀਤਾ ਗਿਆ। ਚੰਦਰ ਮੁਖੀ ਤਹਿ ਬ੍ਰਿੰਦ ਮਿਲੀ, ਕਲ ਕੰਠ ਹੈ ਕੋਕਿਲਾ ਕੀ ਅਨਹਾਰੀ। ਹੁਣ ਜਿਹੜੇ ਮਾਨੋ ਦੇਵੀ ਦੇਵਤੇ ਸਾਰੇ ਪੀਰ ਪਕੰਬਰ ਸੇਖ ਮਸਾਇਖ ਔਲੀਏ ਮਨੁੱਖਾਂ ਦਾ ਰੂਪ ਧਾਰਨ ਕਰਕੇ ਮਹਾਰਾਜ ਜੀ ਦਾ ਜਸ ਗਾ ਰਹੇ ਸਨ। ਸਾਰੇ ਜਸ ਗਾ ਰਹੇ ਹਨ। ਮੰਗਲ ਸੌ ਕੁਲ ਰੀਤ ਕਰੈ, ਲੈ ਨਾਨਕ ਨਾਮ ਉਚਾਰਤ ਗਾਰੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਂ ਲੈ ਲੈ ਕੇ ਜਸ ਉਚਾਰਦੇ ਨੇ ਸਾਰੇ। ਨਾਲੇ ਮਹਾਰਾਜ ਦੀ ਆਰਤੀ ਹੋ ਰਹੀ ਹੈ ਤੇ ਨਾਲੇ ਸਾਰੇ ਖੁਸ਼ੀ ਦੇ ਮੰਗਲ ਦੇ ਗੀਤ ਗਾ ਰਹੇ ਹਨ। ਗਿਆਨ ਪੈ ਕਾਮ ਕੋ ਜੋਰ ਚਲਿਓ ਨਾ, ਪਲਾਏ ਨ ਹੋਇ ਮਨੁ ਬਾਦ ਪੁਕਾਰੀ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਤਾਪ ਦੇਖੋ। ਕਹਿਣ ਲੱਗੇ ਮਾਨੋ ਜਿੰਨੇ ਉਸ ਟਾਈਮ ਵਿਆਹ ਦੇ ਵਿੱਚ ਸੱਜ ਧੱਜ ਕੇ ਸਾਰੇ ਹੰਕਾਰ ਦੇ ਵਿੱਚ ਬੜੇ ਸੁੰਦਰ ਸੁੰਦਰ ਕੱਪੜੇ ਪਾਏ ਹੋਏ, ਮਨ ਮੋਹ ਮਮਤਾ ਵਿੱਚ ਫਸ ਕੇ ਔਰ ਆਪਣੇ ਮਨ ਦੇ ਵਿੱਚ ਹੁੰਦਾ ਬਈ ਜਵਾਨ ਅਵਸਥਾ ਦੇ ਵਿੱਚ ਜਿਹੜੇ ਕੱਪੜੇ ਸੱਜਦੇ ਧੱਜਦੇ ਨੇ, ਵੀ ਮਨ ਦੇ ਵਿੱਚ ਅਨੇਕ ਪ੍ਰਕਾਰ ਦੇ ਖਿਆਲ ਸਨ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉੱਥੇ ਪਹੁੰਚੇ, ਮਨ ਸਾਰਿਆਂ ਦੇ ਮਨ ਸ਼ਾਂਤ ਕਰਤੇ। ਇਸ ਤਰ੍ਹਾਂ ਲਿਖਿਆ, ਗਿਆਨ ਪੈ ਕਾਮ ਕੋ ਜੋਰ ਨਾ ਚਲਿਓ। ਸਾਰੇ ਦੇ ਅੰਦਰ ਗਿਆਨਮਈ ਅਵਸਥਾ ਪ੍ਰਗਟ ਹੋ ਗਈ, ਔਰ ਜਿੰਨਾ ਉਹਨਾਂ ਦੇ ਵਿੱਚ ਹੰਕਾਰ, ਮੰਦ ਬਾਸ਼ਨਾ, ਮਾੜੇ ਗੱਲਾਂ, ਮਾੜਾ ਸੁਭਾਅ ਸਾਰਾ ਸ਼ਾਂਤ ਹੋ ਗਿਆ।
ਜ਼ੋਰ ਨਹੀਂ ਪਾ ਸਕਿਆ ਕਾਮਦੇਵ ਉਸ ਵੇਲੇ ਕਿਸੇ ਦੇ ਉੱਪਰ। ਸਾਰਿਆਂ ਦੇ ਅੰਦਰ ਗਿਆਨ, ਤਿੱਬਰ ਗਿਆਨ ਪੈਦਾ ਕਰ ਦਿੱਤਾ। ਪ੍ਰਤਾਪ ਦੇਖੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਇਸ ਤਰ੍ਹਾਂ ਭਾਈ ਬਾਲਾ ਜੀ ਸਾਖੀ ਸੁਣਾ ਰਹੇ ਹਨ। ਹਾਂਜੀ। दूलो समेत बरात बोहर क्यो शुभ थान में आन के डेरा। ਫਿਰ ਆਰਤੀ ਤੋਂ ਬਾਅਦ ਜਿੱਥੇ ਉਹਨਾਂ ਨੇ ਬਣਾਇਆ ਸੀ ਬਰਾਤ ਬਿਠਾਉਣ ਦਾ, ਸੋ ਉਸ ਥਾਂ ਤੇ ਫਿਰ ਸਾਰਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੇਤ ਸਾਰੀ ਬਰਾਤ ਦਾ ਉਤਾਰਾ ਕੀਤਾ ਗਿਆ। राज है धूर परी मुख पै जिव संग पिराग कुशेशे हेरा। ਹੁਣ ਨਗਰ ਦੇ ਵਿੱਚ ਇੰਨੀ ਸੰਗਤ ਸਾਰਾ ਸੀ, ਧੂੜ ਧਮੱਕਾ ਬਹੁਤ ਉੜਿਆ। ਸੋ ਸਾਰੀ ਧੂੜ ਕਹਿੰਦਾ ਭਾਈ ਬਾਲਾ ਜੀ ਮਹਾਰਾਜ ਜੀ ਦੇ ਉੱਪਰ ਵੀ ਪਈ ਸਾਰੀ, ਔਰ ਧੂੜ ਧਮੱਕੇ ਨਾਲ ਮਹਾਰਾਜ ਜੀ ਬੜੇ ਸੁੰਦਰ ਚਮਕ ਰਹੇ ਸਨ ਚਿਹਰਾ। ਜਦੋਂ ਚਿਹਰਾ ਉੱਪਰੋਂ ਐ ਕੀਤਾ, ਕਹਿੰਦੇ ਚਿਹਰਾ ਤਾਂ ਮਹਾਰਾਜ ਜੀ ਦਾ ਐ ਸਾਫ਼ ਨਿਕਲਿਆ, ਕੱਲੇ ਹੀ ਮਹਾਰਾਜ ਚਮਕਦੇ। ਕਹਿੰਦੇ ਇਸ ਤਰ੍ਹਾਂ ਮਹਾਰਾਜ ਦਾ ਚਿਹਰਾ ਬਹੁਤ ਸ਼ੋਭਾ ਪਾ ਰਿਹਾ ਸੀ। तंबू कनातन ताने बितानन लागे शमियानन सो है कनेरा। ਹੁਣ ਬਰਾਤ ਦੇ ਰਹਿਸ ਵਾਸਤੇ 5 ਦਿਨ ਬਰਾਤ ਰਹੂਗੀ। ਸੋ ਇਸ ਤਰ੍ਹਾਂ ਕਰਕੇ ਤੰਬੂ ਕਨਾਤਾਂ ਸਾਰੇ ਤਾਣੇ ਗਏ, ਰਹਿਸੀ ਪ੍ਰਬੰਧ ਕਰਾਇਆ ਗਿਆ। जो जह चाहे दई सो ताहे हत्यो श्रम दूर लगी नह देरा। ਹਾਂ, ਮੂਲ ਚੰਦ ਜੀ ਨੇ ਸਾਰੀ ਬਰਾਤ ਦੀ ਸੇਵਾ ਵਾਸਤੇ ਨਗਰ ਦੇ ਸਾਰੇ ਪਤਵੰਤੇ ਸੱਜਣ ਲੱਗ ਗਏ। ਅਜੀਤਾ ਰੰਧਾਵਾ ਵੀ ਸੇਵਾ ਵਿੱਚ ਲੱਗ ਗਿਆ। ਜਿਸ ਕਿਸੇ ਨੂੰ ਵੀ ਜਿਸ ਚੀਜ਼ ਦੀ ਵੀ ਲੋੜ ਹੋਈ ਉਸੇ ਵੇਲੇ ਬਚਾ ਦਿੰਦੇ ਨੇ। ਸੋ ਇਸ ਤਰ੍ਹਾਂ ਕਰਕੇ ਸਾਦਾ ਜਿਹਾ ਸੁਭਾਅ ਹੁੰਦਾ, ਮੰਜੇ ਬਿਸਤਰੇ, ਤੇ ਇਸ ਤਰ੍ਹਾਂ ਕਰਕੇ ਟੈਂਟ ਦੇ ਵਿੱਚ ਰਹਿਸ ਕਰਾ ਦਿੱਤੀ। ਹੋਰ ਅੱਜ ਕੱਲ੍ਹ ਵਾਲੀ ਸੋਸੇਬਾਜ਼ੀ ਤਾਂ ਨਹੀਂ ਸੀ, ਏਸੀ ਪੱਖੇ ਕੂਲਰ ਤਾਂ ਨਹੀਂ ਸੀ, ਉਸ ਵੇਲੇ ਪੱਖੇ ਕੂਲਰ ਤਾਂ ਨਹੀਂ ਸੀ ਹੁੰਦੇ। ਸੋ ਇਸ ਤਰ੍ਹਾਂ ਕਰਕੇ ਹਾਂ, ਰਹਿਸ ਵਾਸਤੇ ਜ਼ਰੂਰ ਚੌਧਰੀ ਅਜੀਤੇ ਰੰਧਾਵੇ ਨੇ ਤੰਬੂ ਕਨਾਤਾਂ ਲਵਾ ਦਿੱਤੀਆਂ। ਸੋ ਉਹਦੇ ਵਿੱਚ ਸਾਰੀ ਬਰਾਤ ਦਾ ਉਤਾਰਾ ਹੋਇਆ, ਔਰ ਮੰਜੇ ਬਿਸਤਰੇ ਡਾਹੇ ਗਏ। ਜਿਸ ਕਿਸੇ ਨੂੰ ਪਾਣੀ ਪੀਣਾ, ਪਾਣੀ ਧਾਣੀ, ਇਸ ਤਰ੍ਹਾਂ ਸਭ ਨੂੰ ਜ਼ਰੂਰਤ ਦਾ ਲੋੜੀਂਦਾ ਸਮਾਨ ਸਭ ਨੂੰ ਦਿੱਤਾ ਗਿਆ। ਇਸ ਤਰ੍ਹਾਂ ਭਾਈ ਬਾਲਾ ਜੀ ਲੱਗੇ ਕਹਿਣ। मानव मूले ने एक पठा हित हूतन के तिन जाए सुनावा। ਉਸ ਦਿਨ ਫਿਰ ਸਾਰੇ ਬਰਾਤ ਨੇ ਇਸ ਤਰ੍ਹਾਂ ਆਰਾਮ ਕੀਤਾ। ਹੁਣ ਅੰਮ੍ਰਿਤ ਵੇਲੇ ਮੂਲ ਚੰਦ ਪਟਵਾਰੀ ਜੀ ਨੇ ਇੱਕ ਬੰਦਾ ਭੇਜਿਆ ਕਿ ਜਾਓ ਭਾਈ, ਹੁਣ ਫੇਰਿਆਂ ਦਾ ਟਾਈਮ ਹੋ ਗਿਆ, ਤੇ ਜਾ ਕੇ ਮਹਿਤਾ ਕਾਲੂ ਜੀ ਨੂੰ ਕਹੋ ਆਪਣਾ ਲੜਕਾ ਲੈ ਕੇ ਫੇਰਿਆਂ ਤੇ ਪਹੁੰਚਣ। ਹੁਣ ਉਸ ਵੇਲੇ ਮੂਲ ਚੰਦ ਜੀ ਨੇ ਜਿਵੇਂ ਪੁਰਾਤਨ ਰੀਤ ਸੀ ਉਹਦੇ ਹਿਸਾਬ ਦੇ ਨਾਲ ਬਹੁਤ ਸਿਆਣੇ ਪੰਡਿਤ ਬੁਲਾਏ, ਔਰ ਉਸ ਵੇਲੇ ਇੱਕ ਹਵਨ ਬਣਾਇਆ। ਹਵਨ ਦੇ ਵਿੱਚ ਅਗਨ ਜਾਲ ਦਿੱਤੀ ਗਈ, ਔਰ ਇਸ ਤਰ੍ਹਾਂ ਕਰਕੇ ਸਾਰੀ ਤਿਆਰੀ ਕਰ ਲਈ। ਔਰ ਤਿਆਰੀ ਕਰਾ ਕੇ ਇੱਕ ਬੰਦਾ ਜੋ ਹੈ ਉਹ ਭੇਜ ਦਿੱਤਾ ਸੁਨੇਹਾ ਦੇਣ। ਇਸ ਤਰ੍ਹਾਂ। ਹਾਂਜੀ। तारहो आप चल पद को अब काल पयो हित लेवन लावा। ਕਹਿਣ ਲੱਗੇ ਹੁਣ ਲਾਵਾਂ ਦਾ ਸਮਾਂ ਹੋ ਗਿਆ, ਚਲੋ ਭਾਈ ਸਾਰੇ ਆਪ ਪਤਵੰਤੇ ਸੱਜਣ ਚਲੋ। ਇਸ ਤਰ੍ਹਾਂ ਮੂਲ ਚੰਦ ਜੀ ਨੇ ਜਿਹੜਾ ਬੰਦਾ ਭੇਜਿਆ ਸੀ ਉਹਨੇ ਜਾ ਕੇ ਕਿਹਾ। ਹਾਂਜੀ। यो सुन टंक निशान लगे तुन घोर उठी कन ज्यों कहरावा। ਅੰਮ੍ਰਿਤ ਵੇਲਾ ਸੀ, ਸਾਰਿਆਂ ਨੇ ਪਰਮੇਸ਼ਰ ਨੂੰ ਆਰਾਧ ਕੇ, ਪਰਮੇਸ਼ਰ ਦਾ ਨਾਮ ਜਪ ਕੇ ਫਿਰ ਡੰਕਾ ਵਜਿਆ, ਸਾਰੀ ਤਿਆਰੀ ਹੋ ਗਈ। ਹੁਣ ਅੰਮ੍ਰਿਤ ਵੇਲੇ ਸਾਰਿਆਂ ਨੇ ਤਿਆਰੀ ਕਰ ਲਈ। आनंद को उरतार तबे गमने मिल साज समाज सुहावा। ਹੁਣ ਸਾਰੇ ਮਨ ਵਿੱਚ ਬੜੇ ਖੁਸ਼ੀ ਨੂੰ ਧਾਰਨ ਕਰਕੇ ਮਹਿਤਾ ਕਾਲੂ ਜੀ ਦੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਤਿਆਰ ਹੋ ਕੇ ਚੱਲ ਪਏ ਲਾਵਾਂ ਵਾਸਤੇ। बेदी जे बृंद ओ बेदी शिरोमण बेदी रची जह गे तह ताई। ਹੁਣ ਬੇਦੀਆਂ ਦੇ ਸਾਰੇ ਰਿਸ਼ਤੇਦਾਰ ਔਰ ਬੇਦੀ ਕੁਲ ਦੇ ਸ਼੍ਰੋਮਣੀ ਕੌਣ ਨੇ? ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਉਹਨਾਂ ਨੂੰ ਨਾਲ ਲੈ ਕੇ ਬੇਦੀ ਕੁਲ ਦੇ, ਕਿਉਂਕਿ ਇਹ ਕਵਿਤਾ ਔਰ ਛੰਦਾਬੰਦੀ ਹੈ। ਇਹਦੇ ਵਿੱਚ ਕਈ ਵਾਰੀ ਤਾਂ ਭਾਈ ਸੰਤੋਖ ਸਿੰਘ ਜੀ ਬਹੁਤ ਗੂੜੇ ਛੰਦ ਉਚਾਰਨ ਕਰਦੇ ਨੇ, ਔਰ ਕਈ ਵਾਰੀ ਛੰਦ ਜਿਹੜੇ ਨੇ ਸਰਲ ਉਚਾਰਦੇ ਨੇ। ਸੋ ਇਸ ਤਰ੍ਹਾਂ ਕਰਕੇ ਬੇਦੀ ਕੇ ਬ੍ਰਿੰਦ ਔਰ ਬੇਦੀ ਸ਼੍ਰੋਮਣ। ਹੁਣ ਬੇਦੀਆਂ ਦੇ ਰਿਸ਼ਤੇਦਾਰ, ਮਹਿਤਾ ਕਾਲੂ ਜੀ ਬੇਦੀ ਸਨ, ਉਹਨਾਂ ਦੇ ਸਾਰੇ ਰਿਸ਼ਤੇਦਾਰ, ਔਰ ਸ਼੍ਰੋਮਣ ਕੌਣ ਹੈ? ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।
ਰਚੀ ਜਹ ਗਏ ਤਹਿ ਥਾਈ, ਜਿੱਥੇ ਉਹ ਲਾਵਾਂ ਵਾਲੀ ਥਾਂ ਬਣਾਈ ਸੀ ਉੱਥੇ ਪਹੁੰਚੇ। ਇਸ ਤਰ੍ਹਾਂ ਭਾਈ ਬਾਲਾ ਜੀ ਸਾਖੀ ਸੁਣਾ ਰਹੇ ਹਨ। ਹਾਂਜੀ। ਪੁੰਜ ਜਹਾਂ ਦਿਜ ਰਾਜ ਬਿਰਾਜਤ, ਹੇਰ ਸਮਾਜ ਉਠੇ ਹਰ ਖਾਈ। ਤਾਂ ਅੱਗੇ ਜਾ ਕੇ ਦੇਖਦੇ ਨੇ ਉੱਥੇ ਸਾਰੇ ਪੰਡਿਤ ਲੋਕ ਬੈਠੇ ਨੇ, ਹਵਨ ਹੋ ਰਿਹਾ ਹੈ, ਤਾਂ ਸਾਰੀ ਤਿਆਰੀ ਹੋ ਗਈ। ਹੁਣ ਇੱਥੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਦੇਖਿਆ ਤਾਂ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਫਿਰ ਸਾਰਿਆਂ ਨੂੰ। ਮੂਲ ਚੰਦ ਪਟਵਾਰੀ ਜੀ ਵੀ, ਸਾਕ ਸੰਬੰਧੀ ਵੀ, ਇਹ ਸਾਰੇ ਉਹਨਾਂ ਦੇ ਬੁਲਾਏ ਹੋਏ ਸੱਦੇ ਹੋਏ ਸਾਰੇ ਜਿਹੜੇ ਸਨ ਵੱਡੇ ਵੱਡੇ ਵਿਦਵਾਨ ਪੰਡਿਤ, ਉਹ ਵੀ ਬੈਠੇ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਠੀਕ ਹੈ, ਆਪੋ ਆਪਣੇ ਧਰਮ ਅਨੁਸਾਰ ਜਿਹੜੇ ਰੀਤੀ ਉਹ ਚਲੀ ਆਉਂਦੀ ਹੈ, ਪਰ ਅਸੀਂ ਜਿਹੜੀ ਹੈ ਉਹ ਅਗਨ ਦੇ ਆਲੇ ਦੁਆਲੇ ਨਹੀਂ ਫੇਰੇ ਲੈਣੇ। ਜਿਵੇਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਨੇਊ ਵਾਲੀ ਗੱਲ ਤੇ ਮਹਾਰਾਜ ਨੇ ਕਿਹਾ ਸੀ, ਤਾਂ ਸਾਰੇ ਕਹਿਣ ਲੱਗੇ ਵੀ ਮਹਾਰਾਜ ਹੋਰ ਨਵੀਂ ਰੀਤ ਕੀ ਚੱਲੂਗੀ ਹੁਣ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਜਸ ਕਰਾਂਗੇ, ਦੇਵੀ ਦੇਵਤਿਆਂ ਦੇ ਮੰਤਰ ਨਹੀਂ ਪੜ੍ਹੇ ਜਾਣੇ। ਕਹਿਣ ਲੱਗੇ ਉਹ ਪਰਮੇਸ਼ਰ ਦਾ ਜਸ ਉਚਾਰਨ ਕਰਾਂਗੇ। ਇਹ ਵਿਆਹ ਹੈ ਦੋ ਆਤਮਾਵਾਂ ਦਾ ਮੇਲ ਹੈ, ਦੋ ਰੂਹਾਂ ਦਾ। ਇਸੇ ਪ੍ਰਕਾਰ ਕਹਿਣ ਲੱਗੇ ਜੀਵ ਆਤਮਾ ਤੇ ਪਰਮਾਤਮਾ ਦਾ ਮੇਲ ਹੁੰਦਾ ਹੈ। ਉਹ ਪਰਮੇਸ਼ਰ ਦਾ ਜਸ ਉਚਾਰਨ ਕਰੋ, ਪਰਮੇਸ਼ਰ ਦੀ ਜਸ ਦੀ ਕੀਰਤੀ ਕਰੋ। ਹੁਣ ਉਹ ਸਾਰਿਆਂ ਨੂੰ ਗੱਲ ਨਾ ਕਿਸੇ ਨੂੰ ਆਵੇ। ਹੁਣ ਫਿਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪ ਸ਼ਬਦ ਉਚਾਰ ਕੀਤੇ, ਔਰ ਫਿਰ ਯਾਨੀ ਕਿ ਮਾਤਾ ਸੁਲੱਖਣੀ ਜੀ ਦੇ ਨਾਲ ਲਾਵਾਂ ਲਈਆਂ ਗਈਆਂ। ਇਹ ਪੁਰਾਤਨ ਭਾਈ ਬਾਲੇ ਮਰਦਾਨੇ ਵਾਲੀ ਸਾਖੀ ਦੇ ਵਿੱਚ ਹਨ ਲਾਵਾਂ ਲਿਖੀਆਂ ਹੋਈਆਂ। ਇੱਕ ਤਾਂ 4 ਲਾਵਾਂ ਦਾ ਪਾਠ ਜਿਹੜਾ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਾਵਾਂ ਲੜਕੀ ਦੇ ਆਨੰਦ ਕਾਰਜ ਹੁੰਦੇ ਨੇ। ਇੱਕ ਜਨਮ ਸਾਖੀ ਦੇ ਵਿੱਚ ਲਾਵਾਂ ਦਾ ਜ਼ਿਕਰ ਆਉਂਦਾ ਹੈ। ਰਾਗ ਸੂਹੀ ਮਹੱਲਾ ਪਹਿਲਾ, ਸ੍ਰੀ ਮੁਖ ਬਾਕ। ਰਾਮ ਪਹਿਲੜੀ ਲਾਓ, ਸਤਿਗੁਰ ਸਤਜੁਗ ਸਾਜਿਆ ਬਲਰਾਮ ਜੀਓ। ਤ੍ਰੈ ਗੁਣ ਵਿਸਤਾਰ ਅਨਹਦ ਬਾਜਿਆ ਬਲਰਾਮ ਜੀਓ। ਬਜਾਇਆ ਅਨਹਦ ਸਮੁੰਦ ਮਥਿਆ, ਲਛ ਕੌਲਾ निकली। 33 करोड़ छोड़ के आए, ठाकुर को मिली। ब्याह ठाकुर चरण लाई, ओढ़ भगत निवाहिया। अरदास नानक लाओ पहली, भला सतयुग सतगुर साजिया। राम दूसरी लाओ, तेता जुग वरताया बलराम जियो। धन धन संत प्यारे, जिन हर नाम ध्याया बलराम जियो। संत जपते नाम, हर हर का नाम मिले, राम प्यारिया। गंडीव तनक रघुपत चढ़ाया, परशुराम का बलिहारिया। गंडीव तनक रघुपत चढ़ाया, परशुराम का बलहारिया। ब्याह सीता ग्रह में आणी, ओढ़ भगत निभाइया। अरदास नानक लाओ दूजी, सीता राम बिहाइया। राम तीजी लाओ, जुग जुग दुआपर बरताया। बलराम जियो सर्व सखियां सहज सेती, रुकमणी मंगल गाया बलराम जियो। मदगुणी मंगल गाया सहज सेती, ससपाल राजा राम मारिया बलराम जियो। बचन पूरे दोष, थरिया चक्कर शंख बिदारिया। ब्याह रुकमणी ग्रह में आणी, ओढ़ भगत निभाइया। अरदास नानक लाओ तीजी, रुकमणी कृष्ण जी बर पाया। राम चौथी लाओ करते, कलयुग प्रगटाया बलराम जियो। जिना हारस्यों प्रीत नहीं, ते संग भरमे माया बलराम जियो। माया ते लागे भरम जागे, सगल बजो तिन घाटिया। नाम दान इशनान नहीं किया, जम का पंथ नहीं हा काटिया। ने कलंकी आप छोहा, ने कलंकी आप होआ। छपै नाहे छपाया, अरदास नानक लाओ चौथी,
ਪ੍ਰਭ ਸਭਨਾ ਮਹਿ ਸਮਾਇਆ। ਅਰਦਾਸ ਨਾਨਕ ਲਓ ਚੌਥੀ, ਪ੍ਰਭ ਸਭਨਾ ਮਹਿ ਮਾਇਆ। ਅੱਗੇ ਮਹਾਰਾਜ ਜੀ ਨੇ ਫਿਰ ਇੱਕ ਮੰਗਲ ਦਾ ਜਿਹੜਾ ਹੈ ਉਹ ਉਚਾਰਨ ਕੀਤਾ। ਸ੍ਰੀ ਮੁਖਵਾਕ ਮੰਗਲ, ਰਾਮ ਪਹਿਲੜੇ ਮੰਗਲ, ਹਰ ਹਰ ਨਾਮ ਧਿਆਈਐ। ਮੇਰੇ ਮਨ ਤਨ ਸ੍ਰੀ ਰਗ, ਅਗਰ ਚੰਦਨ ਘਾਸ ਲਾਈਐ। ਅਗਰ ਚੰਦਨ ਘਸ ਲਾਏ, ਕਪੂਰ ਕੰਗੂ ਢੋਈਐ। ਰਾਮ ਨਾਮ ਉਚਰੰਤ ਰਸਨਾ, ਸਦਾ ਹਰਸ ਗੋਈਐ। ਕਸ ਲਾਈਐ ਅਗਰ ਚੰਦਨ ਕੰਗੂ, ਪ੍ਰੇਮ ਪ੍ਰਭ ਕਾ ਪਾਈਐ। ਕੁਰਬਾਨ ਕੀਤਾ ਗੁਰੂ ਬੇਟੋਂ, ਤਿਸ ਏ ਕਾਜ ਰਚਾਈਐ। ਰਾਮ ਦੁਜੜੇ ਮੰਗਲ, ਕਾਜ ਸੁਹਾਇਆ। ਉਤਸ਼ਾਹ ਹੋਆ ਸੋਭ ਸੇਤੀ, ਫੁੱਲੀ ਮੰਗ ਭਰਾਇਆ। ਫੁੱਲੀ ਤਾਂ ਮੰਗ ਭਰਾਈਐ, ਆਪ ਕਰਤਾ ਪੁਰਖ ਬਿਹਾਉਣ ਆਇਆ। ਸੁਰ ਨਰ ਗਣ ਗੰਧਰਵ ਸਾਭੀ, ਕੌਤਕ ਦੇਖ ਬਿਸਮਾਇਆ। ਕੁਰਬਾਨ ਕੀਤਾ ਗੁਰੂ ਬਿਟੋਂ, ਜਿਸ ਏ ਕਾਜ ਰਚਾਇਆ। ਬਿਨਵੰਤ ਨਾਨਕ ਸੁਣੋ ਸੰਤੋ, ਸਭ ਸਫਲਿਓ ਕਾਜ ਸੁਹਾਇਆ। ਰਾਮ ਤੀਜੜੇ ਮੰਗਲ, ਪੀੜ ਤਾਜਣ ਲਿਆਈਐ। ਇੰਦਰਪੁਰੀ ਵਿੱਚ ਜੰਮੀ ਤਾਜਣ, ਸੁਰਗੋ ਜੀਨ ਮੰਗਾਈਐ। ਗਲ ਸੱਚ ਗੰਢੀ ਪਾਏ ਤਾਜਣ, ਲਗਾਮ ਤੁਰਤ ਕਰਾਈਐ। ਅਜਬ ਸੋਭਾ ਪਾਏ ਤਾਜਣ, ਠਾਕੁਰ ਆਪ ਸਜਾਈਐ। ਜਿਤ ਚੜ੍ਹੈ ਸ੍ਰੀ ਰੰਗ ਆਪ ਸੁਆਮੀ, ਅਜਬ ਸੋਭਾ ਸੁਹਾਈਐ। ਬਿਨਵੰਤ ਨਾਨਕ ਤੀਜੜੇ ਮੰਗਲ, ਤਾਜਣ ਲਿਆਈਐ। ਰਾਮ ਚੌਥੜੇ ਮੰਗਲ, ਸਤਿਗੁਰੂ ਬਿਆਹੁਣ ਆਇਆ। ਇਹ ਅਜਬ ਦਰਸ ਅਪਾਰ, ਤੇਰਿਆਂ ਸੰਤਾਂ ਕੇ ਮਨ ਪਾਇਆ। 33 ਕਰੋੜੀ ਸਰਬ ਸੰਗਤ, ਨਾਲ ਗਣਪਤ ਆਇਆ। ਸਦ ਬ੍ਰਹਮੇ ਸਾਰਦਾਇਕ, ਮੋਤੀਆਂ ਚੌਕ ਪੁਰਾਇਆ। ਧਰੇ ਖਾਰੇ ਦੇਹ ਫੇਰੇ, ਸਤਿਗੁਰ ਬਿਆਹੁਣ ਆਇਆ। ਬਿਨਵੰਤ ਨਾਨਕ ਮੰਗਲ ਚੌਥੇ, ਸਰਬ ਕਾਜ ਸੁਹਾਇਆ। ਇਸ ਪ੍ਰਕਾਰ ਇਹ ਸ਼ਬਦ ਉਚਾਰਨ ਕੀਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਸੋ ਉਸ ਵੇਲੇ ਫਿਰ ਮਹਾਰਾਜ ਜੀ ਦੇ ਉਸ ਵੇਲੇ ਜਿਵੇਂ ਆਨੰਦ ਕਾਰਜ ਕਹਿ ਲਓ ਜਾਂ ਫੇਰੇ ਕਹਿ ਲਓ, ਲਾਮਾ ਹੋਏ। ਸਾਰੇ ਬੜੇ ਸਤਿਕਾਰ ਦੇ ਨਾਲ ਲਾਮਾ ਲੈਣ ਤੋਂ ਬਾਅਦ ਆਪੋ ਆਪਣੇ ਘਰ ਨੂੰ ਜਿਵੇਂ ਚਲੇ ਜਾਂਦੇ ਨੇ। ਫਿਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਜਿਵੇਂ ਘਰ ਦੇ ਵਿੱਚ ਲੈ ਕੇ ਜਾਂਦੇ ਨੇ, ਉੱਥੇ ਮਹਾਰਾਜ ਜੀ ਨੂੰ ਇੱਕ ਮੰਜੀ ਦੇ ਉੱਪਰ ਬਿਠਾਇਆ ਗਿਆ। ਉਹਦੇ ਨੇੜੇ ਇੱਕ ਕੱਚੀ ਕੰਧ ਸੀ। ਉਹ ਕੱਚੀ ਕੰਧ ਸੀ, ਉਹ ਜਿਹੜੇ ਪਰਿਵਾਰ ਵਾਲੇ ਸਨ ਮੂਲ ਚੰਦ ਪਟਵਾਰੀ ਜੀ ਦੇ, ਜਾਂ ਕਹਿ ਲਓ ਮਾਤਾ ਸੁਲੱਖਣੀ ਜੀ ਦੇ ਨਾਲ ਦੀਆਂ ਸਾਥਣਾਂ ਸਨ ਸਾਰੀਆਂ। ਉਹ ਹਾਸੀ ਮਜ਼ਾਕ ਕਰਨਾ ਚਾਹੁੰਦੇ ਸੀ ਮਹਾਰਾਜ ਦੇ ਨਾਲ। ਉਹ ਕੱਚੀ ਕੰਧ ਨੂੰ ਧੱਕਾ ਮਾਰ ਕੇ ਡਿੱਗਣਾ ਚਾਹੁੰਦੀਆਂ ਸਨ, ਵੀ ਕੱਚੀ ਕੰਧ ਉਹ ਡਿੱਗ ਜਾਵੇਗੀ ਔਰ ਇਹ ਡਰ ਜਾਣਗੇ ਤੇ ਅਸੀਂ ਸਾਰੇ ਇਹਨਾਂ ਦਾ ਮਖੌਲ ਕਰਾਂਗੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੁਭਾਵਕ ਮੂੰਹੋਂ ਗੱਲ ਨਿਕਲੀ। ਕਹਿਣ ਲੱਗੇ, ਭਾਈ ਇਹ ਕੰਧ ਤਾਂ ਜੁਗੋ ਜੁਗ ਤੱਕ ਖੜੀ ਰਹੂਗੀ। ਇਹ ਕੱਚੀ ਕੰਧ ਡਿੱਗਣ ਵਾਲੀ ਨਹੀਂ, ਇਹ ਕਈ ਯੁਗਾਂ ਤੱਕ ਖੜੀ ਰਹੂਗੀ। ਉਹ ਮਹਾਰਾਜ ਜੀ ਨੇ ਇਸ ਤਰ੍ਹਾਂ ਵਚਨ ਕੀਤਾ। ਉਹਨਾਂ ਨੇ ਬੜਾ ਜ਼ੋਰ ਲਾ ਹਟੀਆਂ, ਪਰ ਉਹ ਕੰਧ ਨਾ ਗਿਰੀ। ਉਹ ਕੰਧ ਹੁਣ ਤੱਕ ਕੰਧ ਉਹ ਖੜੀ ਹੈ, ਸਿੱਸੇ ਦੇ ਵਿੱਚ ਜੜੀ ਹੋਈ ਹੈ ਉਹਨਾਂ ਨੇ, ਤੇ ਉੱਥੇ ਗੁਰੂ ਘਰ ਬਣਿਆ, ਸੰਗਤਾਂ ਦਰਸ਼ਨ ਕਰਦੀਆਂ ਨੇ। ਅੱਜ ਵੀ ਉਹ ਕੱਚੀ ਮਿੱਟੀ ਦੀ ਕੰਧ ਉਸੇ ਤਰ੍ਹਾਂ ਬਣੀ ਹੋਈ ਹੈ। ਸੋ ਇਸ ਪ੍ਰਕਾਰ ਫਿਰ ਉੱਥੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਿਵੇਂ ਦੁੱਧ ਦੱਧ ਪਿਲਾਉਂਦੇ ਨੇ, ਸਾਰਾ ਰਸਮਾਂ ਕਰਕੇ ਜਿੱਥੇ ਮਹਾਰਾਜ ਜੀ ਦੀ ਰਹਿਸ ਸੀ ਉੱਥੇ ਵਾਪਸ ਆ ਜਾਂਦੇ ਹਨ। ਸੋ ਇਸ ਪ੍ਰਕਾਰ ਫਿਰ ਮਾਤਾ ਸੁਲੱਖਣੀ ਜੀ ਨੂੰ ਘਰ ਲੈ ਜਾਂਦੇ ਨੇ। ਤਾਂ ਇਸੇ ਪ੍ਰਕਾਰ 5 ਦਿਨ ਉੱਥੇ ਫਿਰ ਬਰਾਤ ਰੁਕਦੀ ਹੈ। ਤਾਂ ਉਹ ਤੋਂ ਮਗਰੋਂ ਫਿਰ ਪਰਮਾਨੰਦ ਜੀ ਤੇ ਮਹਿਤਾ ਕਾਲੂ ਜੀ ਕਹਿਣ ਲੱਗੇ ਵੀ ਹੁਣ ਸਾਨੂੰ ਵਿਦਾ ਕਰੋ ਤੇ ਅਸੀਂ ਹੁਣ ਵਾਪਸ ਜਾਣਾ।
इस प्रकार फिर सारी उस वेले विदाई हो गई। बहुत साजो समान जो मूल चंद पटवारी जी वालों अपनी धी दे दाज देने वास्ते इकट्ठा किया गया। धन साहिब श्री गुरु नानक देव जी महाराज ने एक उत्थे बड़ी सिक्ख्या दी। कहन लगे भाई जी ने अपनी लड़की दे दी, उन्हें सारा कुछ दे दिता, इस करके हे मूल चंद जी असी कोई दाज का कोई कपड़ा लीड़ा या पैसा नहीं लेके जाना। सारा ही मूल चंद पटवारी जी का महाराज ने उत्थे वापस कर दिता गया। कोई साजो समान नहीं उत्थों लिया। तो फिर बड़े अदब सत्कार दे नाल मूल चंद पटवारी जी ते साख संबंधियों वालों माता सुलखणी जी का यानी डोला तोरिया गया। परमानंद जी, मेहता कालू जी, चाचा लालू जी, रामा नाना जी पैसे बरसाते ने, बड़ी खुशियां मनाते हुए माता सुलखणी जी ने डोला अपनी झोली विच पवा के फिर ले आउंदे ने। हुण बरात जिहड़ी वापसी आउंदी है सुल्तानपुर लोधी। जदों बरात सुल्तानपुर लोधी आउंदी है, हुण मेहता कालू जी, चाचा लालू जी और साख संबंधी कहंदे भी लड़की का जिहड़ा उतारा है वो आपां राय भोए दी तलवंडी अपने घर करावांगे। हुण भाई जय राम जी ते बेबे नानकी जी प्रेम रखते सानू कहन लगे बई जे लड़की का बरात इत्थों चढ़ी है, जे उतारा इत्थे हो जाएगा तो एडे विच की गल है। खैर जिहड़ा परमानंद जी वो बड़ा सियाणा सी। परमानंद जी कहन लगे देख जय राम, और बीबी नानकी जी नूं कहा हे पुत्री, जो मेहता कालू जी ते माता त्रिपचा जी दे मन विच प्रेम और चाव लाड़ है, इन्हां नूं पूरा कर लैण दो। इक्को एक पुत्र है, इस करके जिहड़ा लड़की दा डोला तारना है वो तां फबदा है राय भोए दी तलवंडी दे विच। इस करके इन्हां नूं उधर नूं जाण दिओ। फिर धन साहिब श्री गुरु नानक देव जी महाराज जी समेत माता सुलखणी जी, माता त्रिपता जी, मेहता कालू जी, लालू जी सारे फिर उत्थों सीधा सुल्तानपुर नहीं रहे। तो फिर सारी वो बरात का डोला फिर राय भोए दी तलवंडी लैके आंदा। हुण भाई बाला जी कहन लगे, फिर भाई बाला जी ने 1 महीना मोदी खाने की कार दे उत्थे रहे। भाई बाला जी लगे कहन महाराज भी इत्थे तो सदा ही लाइनां लगियां रहिंदियां ने, बरकतां वरतदियां ने महाराज जी, मैं किवें मोदी खाना चलावांगा? इत्थे तो दुनिया हर एक पता नहीं की मंगदे तुसीं दई जन्ने हो। उस वेले धन साहिब श्री गुरु नानक देव जी ने कहा भाई बाला, ये जो मोदी खाने की कार है करतार आप चलावेगा। मोदी खाने की जिहड़ी कार है वो करतार आप चलावेगा। इस करके किसी गल का फिक्र नहीं करना। फिर धन साहिब श्री गुरु नानक देव जी महाराज जी 1 महीना जिहड़ा समा रहे ने राय भोए दी तलवंडी दे विच। और फिर महाराज जी उस तरह मोदी खाने के उत्थे कार कर लगे नाल। फिर माता सुलखणी जी भी नाल ही आ गए सी। सो ये जिहड़ी साखी है कल नूं आवेगी इत्थों तक, क्योंकि जिहड़ा ये भाई संतोख सिंह जी द्वारा जिहड़ा ग्रंथ लिखिया होया है, ਇਹਦੇ ਵਿੱਚ बहुत गूढ़ ते छंद उचारण करके बहुत लंब चढ़ाव दे विच इस साखी नूं सुनाया गया। पर जिहड़ा भाई बाले वाली जन्म साखी है ਉਹਦੇ ਵਿੱਚ बहुत सरल सादा और भाई बाले जी की मौजूदगी ਦੇ ਵਿੱਚ साखी लिखी गई। इस करके बहुत सटीक और शुद्ध ज्ञान ਉਹਦੇ ਵਿੱਚ लिखा गया। क्योंकि भाई संतोख सिंह जी वाले ग्रंथ के विच तां लिखिया भी उस टाइम अग्नि के फेरे होए, बहुत पंडित लोग बैठे, पुण्यदान होया। पर नहीं, ये इतिहास जिहड़ा है गवाही नहीं भरदा। हुण जदों बाणी उचारण की है महाराज जी ने, हुण महाराज जी ने बाणी उचारण की है उस वेले शब्द है। तां करके जिहड़ी जन्म साखी है, जन्म साखी गुरमत के अनुसार बहुत थामे पूरी उतरदी है, गुरबाणी दे नाल और गुरमत दे नाल। इस करके जिहड़े महापुरुष हुंदे ने जदों अगे साखी जां संथਿਆ कराउंदे ने, कथा पढ़ाउंदे ने,
ਉਹ ਇਹ ਗੱਲ ਜ਼ਰੂਰ ਕਹਿੰਦੇ ਨੇ ਵੀ ਹਰ ਇੱਕ ਫੁੱਲਾਂ ਦੇ ਗੁਲਾਬ ਦੇ ਨਾਲ ਕੰਡੇ ਹੁੰਦੇ ਨੇ। ਇਸ ਕਰਕੇ ਕਥਾ ਦਾ ਆਨੰਦ ਲੈਣਾ ਹੈ, ਪਰਮੇਸ਼ਰ ਦਾ ਜਸ ਕਰਨਾ ਔਰ ਸੁਣਨਾ ਹੈ, ਵਾਦ ਵਿਵਾਦ ਵਿੱਚ ਨਹੀਂ ਪੈਣਾ। ਇਸ ਕਰਕੇ ਕਹਿਣ ਲੱਗੇ ਜਿੱਥੇ ਗੁਰਮਤਿ ਦੇ ਨਾਲ ਨਹੀਂ ਗੱਲ ਮਿਲਦੀ, ਉੱਥੇ ਜਨਮ ਸਾਖੀ ਦੇ ਨਾਲ ਜੋ ਮਿਲਦੀ ਗੱਲ ਹੈ, ਗੁਰਮਤਿ ਨਾਲ ਮਿਲਦੀ ਗੱਲ ਹੈ, ਗੁਰਬਾਣੀ ਦੇ ਸਿਧਾਂਤ ਨਾਲ ਮਿਲਦੀ ਗੱਲ ਹੈ, ਜੋ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਰਹੇ ਸਾਰੀ ਜ਼ਿੰਦਗੀ, ਉਹ ਉਪਦੇਸ਼ ਨਾਲ ਮਿਲਣੀ ਚਾਹੀਦੀ ਹੈ ਸਾਰੀ ਗੱਲ। ਸੋ ਇਸ ਕਰਕੇ ਬੜੇ ਸੱਜੇ ਔਰ ਸਰਲ ਤਰੀਕੇ ਦੇ ਨਾਲ ਮਹਾਂਪੁਰਸ਼ ਕਥਾ ਕਰਨ ਦਾ ਢੰਗ ਦੱਸਦੇ ਹੁੰਦੇ। ਉਹ ਫਿਰ ਪ੍ਰਕਰਨਾਂ ਨੂੰ ਨਿੰਦਦੇ ਵੀ ਨਾ, ਕਿਉਂਕਿ ਰਸ ਖਰਾਬ ਹੁੰਦਾ ਜੇ ਉਹਨੂੰ ਪ੍ਰਕਰਨਾਂ ਨੂੰ ਨਿੰਦਣ ਲੱਗ ਜਾਓ। ਉਸ ਪੱਖ ਨੂੰ ਨਿੰਦਦੇ ਵੀ ਨਹੀਂ ਸੀ ਔਰ ਉਸ ਪੱਖ ਦੀ ਵਿਆਖਿਆ ਵੀ ਨਹੀਂ ਕਰਦੇ ਸੀ। ਉਹ ਪੱਖ ਨੂੰ ਜੋ ਗੁਰਮਤਿ ਦੇ ਅਨੁਸਾਰ ਹੁੰਦੀ ਗੱਲ, ਉਸ ਨੂੰ ਲੈ ਲੈਂਦੇ। ਸੋ ਇਸ ਪ੍ਰਕਾਰ ਆਪ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋ ਵਿਆਹ ਦੀ ਸਾਖੀ ਹੈ, ਜੋ ਪ੍ਰਸੰਗ ਹੈ, ਕਿਉਂਕਿ ਮਹਾਰਾਜ ਜੀ ਸਦਾ ਹੀ ਮਹਾਰਾਜ ਜੀ ਨੇ ਜਦੋਂ ਹੁਣ ਇਹਦੇ ਵਿੱਚ ਮਹਾਰਾਜ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਬਾਜੇ ਘੋੜੇ ਨੇਜਿਆਂ ਦੇ ਨਾਲ, ਬਹੁਤ ਸਾਜੋ ਸਮਾਨ ਦੇ ਨਾਲ ਇਹ ਜਿਹੜੀ ਹੈ ਬਰਾਤ ਚੜੀ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਨੇ, ਕਸਤੂਰ ਕੰਗੂ ਵਾਲੇ ਜਿਹੜੇ ਸ਼ਬਦ ਨੇ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਮਤ ਦੇਖ ਭੁੱਲਾਂ ਵਿਸਰਾਂ ਤਰਚੀਤ ਨਾ ਬੈਨਾਓ। ਮਹਾਰਾਜ ਜੀ ਬਹੁਤ ਸਾਦਗੀ ਔਰ ਸਰਲਤਾ ਨੂੰ ਪਸੰਦ ਕਰਦੇ ਸਨ। ਭਾਈ ਬਾਲੇ ਮਰਦਾਨੇ ਵਾਲੀ ਜਨਮ ਸਾਖੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਲਿਖਿਆ, ਬਹੁਤ ਸਾਦਾ ਜਿਹਾ ਔਰ ਸਰਲ ਤਰੀਕੇ ਦੇ ਨਾਲ ਸਾਰੇ ਕਾਰਜ ਹੋਏ ਔਰ ਬਿਨਾਂ ਬਲ ਛਲ ਕਪਟ ਤੋਂ, ਕਿਸੇ ਦਿਖਾਵੇ ਤੋਂ, ਹਉਮੈ ਹੰਕਾਰ ਤੋਂ ਬਿਨਾਂ ਸਾਰੀਆਂ ਰਸਮਾਂ ਹੋਈਆਂ। ਪ੍ਰੇਮ ਦੇ ਨਾਲ ਸਾਰੀ ਰਸਮ ਹੋਈ ਔਰ ਲੜਕੀ ਨੂੰ ਆਪਣੀ ਝੋਲੀ ਦੇ ਵਿੱਚ ਪਵਾ ਕੇ ਮਹਿਤਾ ਕਾਲੂ ਜੀ ਤੇ ਪਰਮਾਨੰਦ ਜੀ ਲੈ ਕੇ ਆਏ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਸਿੱਖਿਆਦਾਇਕ ਵਿਆਹ ਸੀ ਕਿ ਪਰਮੇਸ਼ਰ ਨੂੰ ਗ੍ਰਸਤ ਦੇ ਵਿੱਚ ਵੀ ਰਹਿ ਕੇ ਪਾਇਆ ਜਾ ਸਕਦਾ ਹੈ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਉਹ ਲੀ ਤੇ ਪਹਿਲਾਂ ਆਪ ਤੁਰ ਰਹੇ ਨੇ, ਫਿਰ ਅੱਗੇ ਸੰਗਤ ਨੂੰ ਉਪਦੇਸ਼ ਕਰਨਾ ਹੈ। ਹੁਣ ਜੇ ਮਹਾਰਾਜ ਜੀ ਦੇ ਵਿਆਹ ਦੇ ਵਿੱਚ ਆਪੇ ਸਾਰੀ ਸੋਸੇਬਾਜ਼ੀ ਹੋਊਗੀ, ਅੱਗੇ ਮਹਾਰਾਜ ਜੀ ਕਿਵੇਂ ਉਪਦੇਸ਼ ਕਰਦੇ? ਸਾਦਾ ਖਾਣਾ, ਸਾਦਾ ਲਿਬਾਸ, ਸਾਦਾ ਜੀਵਨ। ਮਹਾਰਾਜ ਜੀ ਤਾਂ ਮੋਦੀਖਾਨੇ ਤੇ ਬੈਠੇ ਸਾਰਿਆਂ ਨੂੰ ਸਿੱਖਿਆ ਦਿੰਦੇ ਨੇ, ਭਾਈ ਖਰਚਾ ਸੰਕੋਚ ਕੇ ਕਰਿਆ ਕਰੋ, ਸਾਦਾ ਖਾਓ, ਸਾਦਾ ਪਾਓ, ਪਰਮੇਸ਼ਰ ਦਾ ਹਮੇਸ਼ਾ ਡਰ ਹਿਰਦੇ ਵਿੱਚ ਧਾਰਨ ਕਰਕੇ ਰੱਖੋ। ਸੋ ਇਹ ਜਿਹੜੀ ਸਾਦਗੀ ਵਾਲੀ ਸਾਖੀ ਹੈ, ਇਹ ਭਾਈ ਬਾਲੇ ਮਰਦਾਨੇ ਵਾਲੀ ਸਾਖੀ ਦੇ ਨਾਲ, ਗੁਰਮਤਿ ਦੇ ਸਿਧਾਂਤ ਦੇ ਨਾਲ ਮਿਲਦੀ ਹੈ। ਇਸ ਕਰਕੇ ਆਪਾਂ ਨੇ ਜਿਹੜੀ ਇਹ ਸਾਖੀ ਹੈ ਉਸ ਤਰ੍ਹਾਂ ਵਿਚਾਰੀ ਹੈ। ਪੜ੍ਹਦਿਆਂ ਸੁਣਦਿਆਂ ਸੁਣਾਉਂਦਿਆਂ ਪਾਸੋਂ ਬੇਅੰਤ ਗਲਤੀਆਂ ਹੋ ਜਾਂਦੀਆਂ ਨੇ। ਮਹਾਰਾਜ ਜੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।